ਰਾਮ ਸਰੂਪੰਖੀ ਦੀ ਕਹਾਣੀ ਹੈ ਚਿੱਟੀ ਕਬੂਤਰੀ। ਅਗਵਾੜ ਦੀ ਸੱਥ ਵਿੱਚ ਪਿੱਪਲ ਥੱਲੇ ਤਖਤਪੋਸ਼ ਉੱਤੇ ਉਹ ਚੁੱਪਚਾਪ ਬੈਠਾ ਸੀ, ਇਕੱਲਾ, ਸਿਰ ਗੋਡਿਆਂ ਵਿਚਕਾਰ ਦਿੱਤਾ ਤੇ ਸੋਟੀ ਦਾ ਸਿਰਾ ਮੱਥੇ ਨਾਲ ਲਾਇਆ ਹੋਇਆ ਸੀ। ਸੋਟੀ ਦੋਵੇਂ ਹੱਥਾਂ ਨਾਲ ਇੱਕੋ ਥਾਂ ਤੋਂ ਫੜੀ ਹੋਈ ਸੀ। ਉਹਦੇ ਸੱਜੇ ਹੱਥ ਦੀ ਇੱਕ ਉਂਗਲ ਕਦੇ-ਕਦੇ ਹਿਲਦੀ, ਜਿਵੇਂ ਕੋਈ ਤੂੰਬੇ ਦੀ ਢਿੱਲੀ ਤਾਰ ਨੂੰ ਟੁਣਕਾ ਕੇ ਵੇਖਦਾ ਹੋਵੇ। ਲੱਗਦਾ ਸੀ ਉਹ ਖੂਹ ਵਿੱਚ ਬਹੁਤ ਗਹਿਰਾ ਉਤਰ ਗਿਆ। ਕਦੋਂ ਬਾਹਰ ਆ ਸਕੇਗਾ ਕੋਈ ਪਤਾ ਨਹੀਂ ਸੀ। ਜੀ ਕੀਤਾ ਉਹਨੂੰ ਛੇੜਾ ਨਾ। ਇਹ ਵੀ ਕਿਵੇਂ ਹੋ ਸਕਦਾ ਸੀ ਕਿ ਮੈਂ ਉਹਨਾਂ ਦੇ ਪਿੰਡ ਆਇਆ ਹੋਵਾਂ ਤੇ ਉਹ ਸਾਹਮਣੇ ਬੈਠਾ ਹੋਵੇ, ਮੈਂ ਉਹਨੂੰ ਬੁਲਾਵਾਂ ਤੱਕ ਵੀ ਨਾ। ਧੀਮੀ ਆਵਾਜ਼ 'ਚ ਮੈਂ ਉਹਦਾ ਨਾਂ ਲਿਆ, ਛੋਟੂ। ਉਹਨੇ ਹੌਲੀ-ਹੌਲੀ ਆਪਣਾ ਸਿਰ ਗੋਡਿਆਂ 'ਚੋਂ ਬਾਹਰ ਕੱਢਿਆ, ਜਿਵੇਂ ਕੱਛੂ ਦਾਤੀ ਕੱਢਦਾ ਹੋਵੇ। ਬੋਲਿਆ, ਕਿਹੜਾ ਸਰੀਰ ਹੈ? ਸਿਆਣਿਆ ਨਹੀਂ, ਮੈਂ ਬਿੱਕਰ ਹਾਂ, ਨੰਬਰਦਾਰ। ਅੱਛਾ, ਦੋ ਤੁਸੂੰ, ਕੀ ਹਾਲ ਹੈ ਭਾਣਜਿਆ? ਉਹ ਸਮਝ ਗਿਆ। ਕਿਵੇਂ ਪਾਥੀ ਜੀ ਬਣਿਆ ਬੈਠਾ ਹੈ? ਮੈਂ ਪੁੱਛਿਆ। ਉਮੀਦ ਸੀ ਉਹ ਬੁੜਕ ਕੇ ਕੋਈ ਤਿੱਖਾ ਜਵਾਬ ਦੇਵੇਗਾ, ਪਰ ਉਹ ਬਿਮਾਰਾਂ ਵਾਂਗ ਬੋਲਿਆ, ਚਿੱਤ ਕੁਛ ਰਾਜੀ ਨਹੀਂ ਰਹਿੰਦਾ ਬਿੱਕਰ ਸਿਆਂ। ਫਿਰ ਉਹ ਹੌਲੀ-ਹੌਲੀ ਉੱਠਿਆ, ਸੋਟੀ ਸੰਭਾਲੀ ਤੇ ਸਿਰ ਦੀ ਪਗੜੀ ਟੋਹ ਕੇ ਦੇਖੀ। ਠੀਕ ਸੀ। ਕਹਿੰਦਾ, ਚੱਲ ਉੱਥੇ ਜਾ ਕੇ ਕਰਦੇ ਆਂ ਗੱਲਾਂ, ਨਾਲੇ ਚਾਹ ਪੀਵਾਂਗੇ। ਕਿੰਨੇ ਚਿਰ ਪਿੱਛੋਂ ਆਏ ਆਂ? ਉਹ ਮੇਰੇ ਮੂਹਰੇ ਹੋ ਤੁਰਿਆ। ਉਹਦੀ ਚਾਲ 'ਚੋਂ ਮੜਕ ਨਹੀਂ ਸੀ। ਪਹਿਲਾਂ ਤਾਂ ਉਹ ਤੁਰਦਾ ਹੁੰਦਾ ਜਿਵੇਂ ਅੰਨਾ ਹੋਵੇ ਹੀ ਨਾ, ਹਿੱਕ ਕੱਢ ਕੇ ਤੁਰਦਾ। ਉਹਦੇ ਪੈਰਾਂ ਥੱਲੇ ਅੱਗ ਮੱਚਦੀ ਹੁੰਦੀ, ਸੋਟੀ ਪੈਰਾਂ 'ਚ ਅੜਕ ਜਾਂਦੀ। ਸੋਟੀ ਨਾਲੋਂ ਆਪ ਕਾਲਾ, ਪਰ ਉਹ ਗੱਲ ਨਹੀਂ ਸੀ। ਸੋਟੀ ਜਿਵੇਂ ਰਾਹ ਲੱਭਦੀ ਹੋਵੇ। ਮੈਂ ਉਹਨੂੰ ਆਪਣਾ ਹੱਥ ਫੜਾ ਕੇ ਤੁਰਨਾ ਚਾਹਿਆ, ਪਰ ਰੁਕ ਗਿਆ। ਸੋਚਿਆ ਉਹਦੀ ਹੱਤਕ ਹੈ। ਉਹਨੇ ਕਿਸੇ ਦਾ ਸਹਾਰਾ ਕਦੇ ਨਹੀਂ ਤੱਕਿਆ ਸੀ। ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਅਸੀਂ ਉਹਨਾਂ ਦੇ ਬਾਹਰਲੇ ਘਰ ਦਰਵਾਜ਼ੇ 'ਚ ਆ ਬੈਠੇ। ਖੁੱਲ੍ਹਾ ਦਰਵਾਜ਼ਾ, ਜਿਵੇਂ ਸਾਰਾ ਵਿਹੜਾ ਛੱਤਿਆ ਪਿਆ ਹੋਵੇ। ਉਹਦਾ ਤਖਤਪੋਸ਼ ਉੱਥੇ ਹੀ ਸੀ, ਬਿਸਤਰਾ ਇਕੱਠਾ ਕਰਕੇ ਸਿਰਹਾਣੇ ਰੱਖਿਆ ਹੋਇਆ। ਪਹਿਲਾਂ ਬਿਸਤਰਾ ਹਮੇਸ਼ਾ ਵਿਛਿਆ ਰਹਿੰਦਾ। ਅਸੀਂ ਨੰਗੇ ਤਖਤਪੋਸ਼ ਉੱਤੇ ਬੈਠੇ ਸੀ। ਤਖਤਪੋਸ਼ ਦੇ ਹੇਠਾਂ ਤੇ ਆਲੇ ਦੁਆਲੇ ਚੱਪੜਾਂ ਨਾਲ ਢਕੇ ਤੌੜੇ ਤੇ ਤਪਲੇ ਕੁੱਜੇ ਉਵੇਂ ਹੀ ਸਨ। ਕੁਝ ਕੱਪੜਿਆਂ ਨਾਲ ਬੰਨੇ ਹੋਏ ਸਨ। ਇੱਕ ਖੂੰਜੇ ਸੁੱਕੀਆਂ ਲੱਕੜਾਂ ਦਾ ਢੇਰ ਸੀ ਤੇ ਪਾਥੀਆਂ, ਤੇ ਇੱਕ ਪਾਸੇ ਤੂੜੀ ਦੀ ਢਿੱਗ ਉਸਰੀ ਖੜੀ ਸੀ। ਇੱਕ ਥੰਮਲੇ ਨਾਲ 2 ਮੰਜੇ ਖੜੇ ਕੀਤੇ ਹੋਏ। ਹੁਣ ਕਿੰਨੇ ਕਬੂਤਰ ਨੇ ਕੋਠੇ 'ਚ? ਮੈਂ ਉਹਨੂੰ ਸੁਭਾਈ ਕੀ ਪੁੱਛਿਆ। ਉਹ ਬੋਲਿਆ ਨਹੀਂ, ਜਿਵੇਂ ਉਹਨੂੰ ਸੁਣਿਆ ਨਾ ਹੋਵੇ। ਸੁੱਕੇ ਥੁੱਕ ਦੀ ਘੁੱਟ ਅੰਦਰ ਲੰਘਦੀ ਦਾ ਉਦੋਂ ਹੀ ਪਤਾ ਲੱਗਿਆ, ਜਦੋਂ ਮੈਂ ਉਹਦਾ ਜਵਾਬ ਸੁਣਨ ਲਈ ਉਹਦੇ ਵੱਲ ਮੂੰਹ ਕੀਤਾ ਤੇ ਉਹਦੀ ਸੰਗੀ ਦਾ ਕੰਢ ਥੋੜ੍ਹਾ ਜਿਹਾ ਤਾਂ ਉੱਠ ਕੇ ਫੇਰ ਆਪਣੀ ਥਾਂ ਤੇ ਥੱਲੇ ਆ ਗਿਆ। ਉਹਦੀਆਂ ਬੇਜਾਨ ਅੱਖਾਂ 'ਚ ਸਿੱਲ ਉਤਰ ਆਈ ਸੀ। ਉਹਨੂੰ ਉੱਥੇ ਬੈਠਾ ਛੱਡ ਕੇ ਮੈਂ ਅਗਾਂਹ ਵਿਹੜੇ 'ਚ ਗਿਆ। ਕਬੂਤਰਾਂ ਵਾਲਾ ਕੋਠਾ ਵਿਹੜੇ 'ਚ ਹੀ ਸੀ। ਇਹ ਕੋਠਾ ਉਹਨਾਂ ਨੇ ਕਦੇ ਤੂੜੀ ਰੱਖਣ ਵਾਸਤੇ ਬਣਾਇਆ ਹੋਵੇਗਾ। ਕੋਠੇ ਦਾ ਬਾਰ ਖੁੱਲ੍ਹਾ ਪਿਆ ਸੀ। ਅੰਦਰੋਂ ਕੋਠਾ ਭਾਂ-ਭਾਂ ਕਰਦਾ ਹੋਵੇ, ਜਿਵੇਂ ਕਿਧਰੇ ਇੱਕ ਵੀ ਕਬੂਤਰ ਨਹੀਂ ਸੀ। ਕਬੂਤਰਾਂ ਦੇ ਘਰਾਂ 'ਚ ਵਿੱਠਾਂ ਸਨ ਬਸ। ਪਾਣੀ ਵਾਲੇ ਕੂੰਡੇ ਸੁੱਕੇ ਪਏ ਸਨ। ਛੱਤ ਤੇ ਸ਼ਤੀਰਾਂ ਨਾਲ ਲਮਕਦੀਆਂ ਰੱਸੀਆਂ ਟੁੱਟੀਆਂ ਹੋਈਆਂ ਸਨ। ਇਹਨਾਂ ਰੱਸੀਆਂ ਨਾਲ ਡੰਡੇ ਬੰਨੇ ਹੋਏ ਹੁੰਦੇ। ਡੰਡਿਆਂ ਉੱਤੇ ਕਬੂਤਰ ਉਡਾਰੀ ਮਾਰ ਕੇ ਬੈਠਦੇ। ਪਹਿਲੀ ਵਾਰ ਜਦੋਂ ਮੈਂ ਛੋਟੂ ਕੋਲ ਆਇਆ, ਮੇਰੇ ਨਾਲ ਇੱਕ ਹੋਰ ਮੁੰਡਾ ਸੀ, ਮੇਰਾ ਕਾਲਜ ਸਾਥੀ ਗੁਰਜੰਟ। ਉਹਨਾਂ ਦਿਨਾਂ 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਨ ਤੇ ਸਾਡੇ ਪਿੰਡ ਦਾ ਇੱਕ ਆਜ਼ਾਦੀ ਘੁਲਾਟੀਆ ਉਮੀਦਵਾਰ ਸੀ। ਉਹਨੇ ਮੈਨੂੰ ਇਸ ਪਿੰਡ ਮਾਮੇ ਕੋਲ ਭੇਜਿਆ ਸੀ। ਮਾਮਾ ਨੰਬਰਦਾਰ ਸੀ ਤੇ ਸਰਪੰਚ ਵੀ। ਉਹ ਮੰਨੀ ਦੰਨੀ ਦਾ ਬੰਦਾ ਸੀ। ਪਿੰਡ 'ਚ ਉਹਦਾ ਪੂਰਾ ਰਸੂਖ ਸੀ। ਲਗਭਗ ਸਾਰਾ ਪਿੰਡ ਉਹਨੂੰ ਪੁੱਛ ਕੇ ਗੱਲ ਕਰਦਾ। ਵੋਟਾਂ ਪੈਂਦੀਆਂ ਤਾਂ ਪਿੰਡ ਉਹਦੇ ਮਗਰ ਹੁੰਦਾ। ਮਾਮੇ ਨਾਲ ਗੱਲ ਮੁਕਾ ਕੇ ਅਸੀਂ ਹੋਰ ਗੱਲਾਂ ਕਰਨ ਲੱਗੇ। ਪਤਾ ਨਹੀਂ ਕਿਵੇਂ ਗੁਰਜੰਟ ਨੇ ਕਬੂਤਰਾਂ ਦੀ ਗੱਲ ਛੇੜ ਲਈ। ਅਸਲ 'ਚ ਉਹਦਾ ਤਾਇਆ ਕਬੂਤਰਬਾਜ਼ ਸੀ। ਉਹਦੀ ਉਮਰ 60 ਤੋਂ ਉੱਤੇ ਹੋ ਚੁੱਕੀ ਸੀ, ਪਰ ਘਰ 'ਚ ਅਜੇ ਵੀ ਕਬੂਤਰਾਂ ਦਾ ਖੁੱਡਾ ਜਿਉਂ ਦਾ ਤਿਉਂ ਕਾਇਮ ਸੀ। ਗੁਰਜੰਟ ਹੱਸ-ਹੱਸ ਆਪਣੇ ਤਾਏ ਦੀਆਂ ਗੱਲਾਂ ਸੁਣਾਉਂਦਾ। ਤਾਇਆ ਆਦੀ ਛੜਾ ਸੀ। ਉਹਨਾਂ ਦੇ ਚੁੱਲ੍ਹੇ ਉੱਤੇ ਹੀ ਸੀ। ਜਵਾਕ ਚਾਹੇ ਪੈਰੋਂ ਨੰਗੇ ਫਿਰਦੇ ਰਹਿਣ, ਤਾਇਆ ਕਬੂਤਰਾਂ ਨੂੰ ਬਦਾਮਾਂ ਦੀਆਂ ਗਿਰੀਆਂ ਜ਼ਰੂਰ ਚਾਰਦਾ। ਬੀਜਣ ਨੂੰ ਰੱਖੀ ਕਣਕ ਦੀ ਬੋਰੀ ਵਿੱਚੋਂ ਕਬੂਤਰਾਂ ਦੇ ਚੋਗੇ ਲਈ ਝੋਲੀ ਭਰ ਲਿਜਾਂਦਾ। ਬੇਬੇ ਨੇ ਉਹਦਾ ਖੁੱਡਾ ਕਈ ਵਾਰ ਢਾਹਿਆ ਸੀ, ਪਰ ਤਾਇਆ ਉਸੇ ਥਾਂ ਫੇਰ ਨਵਾਂ ਖੁੱਡਾ ਉਸਾਰ ਲੈਂਦਾ। ਓਏ ਭਾਈ, ਆ ਛੜਿਆਂ ਦੇ ਸਾਰੇ ਚੋਜ ਜ਼ਮੀਨਾਂ ਕਰਕੇ ਨਹੀਂ। ਇੱਥੇ ਵੀ ਹੈਗਾ ਇੱਕ ਸਾਡੇ ਪਿੰਡ ਛੋਟੂ ਅੰਨਾ। ਮਾਮੇ ਨੇ ਹਾਸੇ 'ਚ ਹਾਸਾ ਰਲਾ ਦਿੱਤਾ। ਦੱਸਿਆ ਕਿ ਉਹਨਾਂ ਦੇ ਘਰ ਖੁੱਡਾ ਨਹੀਂ, ਕੋਠਾ ਹੈ ਕਬੂਤਰਾਂ ਦਾ। ਤੇਰੇ ਤਾਈ ਕੋਲ ਤਾਂ 8-10 ਹੋਣਗੇ, ਇਹਦੇ ਕੋਲ ਪੂਰਾ 100 ਹੋਣਾ ਕਬੂਤਰ। ਤੇ ਫਿਰ ਤੋੜਾ ਝਾੜਿਆ। 4 ਭਾਈ ਨੇ, 50 ਕਿੱਲੇ ਜ਼ਮੀਨ ਹੈ, 12.5 ਆਉਂਦੀ ਅੰਨੇ ਨੂੰ। ਵੱਡੇ
3 ਵਿਆਹੇ ਵਰੇ ਨੇ, ਕਬੀਲਦਾਰ ਨੇ। ਅੰਨਾ ਜ਼ਮੀਨ ਦੀ ਧੌਂਸ ਤੇ ਚਾਹੇ ਕਬੂਤਰ ਰੱਖੇ, ਮੋਰ ਰੱਖੇ, ਕੁੱਕੜ ਰੱਖੇ, ਚੂਹੇ ਰੱਖੇ, ਉਹਨੂੰ ਕੋਈ ਹਟਾ ਨਹੀਂ ਸਕਦਾ। ਅੰਨਾ ਤੇ ਕਬੂਤਰਾਂ ਦਾ ਸ਼ੌਕ ਸਾਡੇ 'ਚ ਹੈਰਾਨਗੀ ਜਾਗੀ। ਫਿਰ ਅਸੀਂ ਉਹਨਾਂ ਦਾ ਘਰ ਪੁੱਛ ਕੇ ਛੋਟੂ ਕੋਲ ਗਏ ਸੀ। ਦਰਵਾਜ਼ੇ 'ਚੋਂ ਇਕੱਲਾ ਬੈਠਾ ਉਹ ਹੀਰ ਗਾਈ ਜਾਵੇ। ਸਾਡੀ ਪੈੜ ਚਾਲ ਸੁਣ ਕੇ ਉਹ ਚੁੱਪ ਹੋ ਗਿਆ। ਸਾਡੇ ਵੱਲ ਕੰਨ ਚੁੱਕੇ, ਉਹਦੇ ਕੰਨ ਹੀ ਉਹਦੀਆਂ ਅੱਖਾਂ ਸਨ। ਬੋਲਿਆ, ਆ ਜਾਓ ਭਾਈ, ਆਓ ਬੈਠੋ। ਮੈਂ ਬੋਲਿਆ ਤਾਂ ਉਹ ਆਖਣ ਲੱਗਿਆ, ਅੱਛਾ ਪਾਸਿਓਂ ਆਏ ਲੱਗਦੇ ਹੋ। ਕਿਹਦੇ ਆਏ ਹੋ ਭਾਈ? ਮੈਂ ਮਾਮੇ ਦਾ ਨਾਂ ਲਿਆ ਤਾਂ ਉਹਨੇ ਚਾਹ ਪਾਣੀ ਵੀ ਪੁੱਛਿਆ। ਕਹਿੰਦਾ, ਆ ਨਾਲ ਹੀ ਹੈ ਘਰ ਆਪਣਾ, ਇੱਥੇ ਕੋਈ ਬੂਜਾ ਭੇਜ ਕੇ ਮੰਗਾ ਲੈਂਦੇ ਆ ਚਾਹ। ਆਥਣ ਵੇਲਾ ਸੀ, ਸਿਆਲਾਂ ਦੇ ਦਿਨ, ਅਸੀਂ ਮੁੜਨਾ ਵੀ ਸੀ। ਗੁਰਜੰਟ ਉਹਦਾ ਕੋਠਾ ਦੇਖਣਾ ਚਾਹੁੰਦਾ ਸੀ। ਮੈਂ ਛੋਟੂ ਨੂੰ ਦੱਸਿਆ ਕਿ ਇਹ ਮੁੰਡਾ ਮੇਰਾ ਦੋਸਤ ਹੈ, ਇਹਨਾਂ ਦੇ ਘਰ ਵੀ ਕਬੂਤਰ ਨੇ, ਇਹਦੇ ਤਾਏ ਦੇ ਰੱਖੇ ਹੋਏ। ਛੋਟੂ ਕਿਸੇ ਕਾਹਲ 'ਚ ਲੱਗਦਾ ਸੀ। ਕਾਹਲ ਨੂੰ ਮੁਕਾਉਣ ਲਈ ਸ਼ਾਇਦ ਉਹ ਹੀਰ ਗਾ ਰਿਹਾ ਹੋਵੇ। ਉਹ ਤਖਤਪੋਸ਼ ਤੋਂ ਉੱਠਿਆ ਨਹੀਂ। ਆਖਿਆ, ਗਾਹਾਂ ਲੰਘ ਜਾਓ, ਬਾਹਰ ਦਾ ਕੁੰਡਾ ਖੋਲ ਕੇ ਦੇਖ ਲਓ ਕਬੂਤਰ। ਬਾਹਰੋਂ ਹੀ ਦੇਖਿਓ, ਅੰਦਰ ਨਾ ਜਾਇਓ। ਅੰਦਰ ਗਏ ਤਾਂ ਕਿਸੇ ਕਬੂਤਰ ਨੇ ਬਾਹਰੋਂ ਡਾਰੀ ਮਾਰ ਜਾਣੀ ਹੈ। ਤਖਤਪੋਸ਼ ਉੱਤੇ ਪਸਰ ਕੇ ਬੈਠਾ ਉਹ ਕੋਈ ਪਹਿਲਵਾਨ ਦਿਸਦਾ ਸੀ। ਭਰਵਾਂ ਸਰੀਰ ਸੀ, ਮਲਗਰਦਨੀ, ਖੁੱਲ੍ਹਾ ਕੁੜਤਾ ਤੇ ਤੇੜ ਚਾਦਰਾ, ਪੈਰੀ ਮੋਢੀ ਜੁੱਤੀ, ਕੁੜਤੇ ਉੱਤੋਂ ਦੀ ਘਰ ਦੇ ਬੁਣੇ ਹੋਏ ਮੋਟੇ ਖੱਦਰ ਦੀ ਜੈਕਟ, ਮੂੰਹ ਸਿਰ ਮੁੰਨਿਆ ਹੋਇਆ ਸੀ। ਸਿਰ ਨੂੰ ਚਾਰਖਾਨੇ ਦਾ ਦੁਪੱਟਾ ਵਲੇਟਿਆ ਹੋਇਆ ਸੀ। ਆਵਾਜ਼ 'ਚ ਪੂਰਾ ਗੜਕਾ ਸੀ। ਜਾਓ, ਉੱਠੋ ਫਿਰ, ਮੈਂ ਜਾਣਾ ਕਿਧਰੇ, ਉਹ ਰੁੱਖਾ ਬੋਲਿਆ। ਅਸੀਂ ਖੜੇ ਹੋਣ ਹੀ ਲੱਗੇ ਸੀ ਕਿ ਦਰਵਾਜ਼ੇ ਦੇ ਬਾਹਰ 'ਚ ਹਨੇਰੀ ਵਾਂਗ ਕੋਈ ਆਇਆ ਤੇ ਹਾਕ ਮਾਰੀ, ਵੇ ਛੋਟੂ। ਜਨਾਨੀ ਆਵਾਜ਼ ਸੀ। ਅਸੀਂ ਉਹਦੇ ਵੱਲ ਮੂੰਹ ਚੁੱਕੇ ਤਾਂ ਉਹ ਠਠੰਬਰ ਗਈ। ਘਬਰਾਹਟ ਜਿਹੀ 'ਚ ਚੁੰਨੀ ਦਾ ਪੱਲਾ ਸਾਡੇ ਅੱਗੇ ਖੋਲ ਕੇ ਬੋਲੀ, ਵੀਰਾ, ਦਾਣੇ ਮੱਕੀ ਦੇ ਮੁਰਮੁਰੇ ਸਨ। ਅਸੀਂ ਦੋਵਾਂ ਨੇ ਅੱਧੀ ਅੱਧੀ ਮੁੱਠੀ ਭਰ ਲਈ। ਕੁੜੀ ਦੇ ਮੂੰਹ ਵੱਲ ਝਾਕ ਰਹੀ ਸੀ। ਬਾਕੀ ਸਾਰੇ ਮੁਰਮੁਰੇ ਉਹਨੇ ਤਖਤਪੋਸ਼ ਉੱਤੇ ਢੇਰੀ ਕਰਤੇ। ਕੁੜੀ ਦੀਆਂ ਮੋਟੀਆਂ ਮੋਟੀਆਂ ਕਾਲੀਆਂ ਅੱਖਾਂ ਮਸ਼ਾਲਾਂ ਵਾਂਗ ਬਲਦੀਆਂ ਸੀ। ਰੰਗ ਮੁਸ਼ਕੀ, ਚਿਹਰਾ ਲਮੂਤਰਾ ਸੀ। 3 ਕੱਪੜੇ ਚਿੱਟੇ, ਧੋਤੇ ਤੇ ਨੀਲਵੜੀ ਦੀ ਬੇਮਲੂਕ ਝਲਕ। ਕੰਨਾਂ 'ਚ ਚਾਂਦੀ ਦੀਆਂ ਵਾਲੀਆਂ, ਉਮਰ ਦੀ ਪਕੌੜ ਦਿਸਦੀ ਸੀ। ਜਾਣ ਲੱਗੀ ਤਾਂ ਛੋਟੂ ਘਬਰਾ ਕੇ ਬੋਲਿਆ, ਸੀਬੋ, ਇਹ ਮੁੰਡੇ ਤਾਂ ਉਹ ਦਰਵਾਜ਼ਾ ਛੱਡ ਚੁੱਕੀ ਸੀ। ਉਹਦੀਆਂ ਬੇਜਾਨ ਖੁੱਲੀਆਂ ਅੱਖਾਂ ਮੱਚ ਬੁੱਝ ਰਹੀਆਂ ਸਨ। ਤਖਤਪੋਸ਼ ਉੱਤੇ ਪਏ ਮੁਰਮੁਰੇ ਠੰਡੇ ਹੋ ਗਏ ਸਨ ਤੇ ਫਿਰ ਉਹਨੇ ਹੌਲੀ ਹੌਲੀ ਦਾਣੇ ਜੈਕਟ ਦੀ ਜੇਬ 'ਚ ਪਾਏ ਤੇ ਖੜਾ ਹੋ ਗਿਆ। ਟੋਕ ਕੇ ਸੋਟੀ ਚੱਕੀ। ਕਹਿੰਦਾ, ਆਓ ਫਿਰ ਦਿਖਾਵਾਂ ਕਬੂਤਰ ਤੁਹਾਨੂੰ। ਉਹ ਸੁਜਾਖਿਆ ਵਾਂਗ ਛੇਤੀ ਛੇਤੀ ਤੁਰ ਕੇ ਬਿਨਾਂ ਕਿਸੇ ਰੁਕਾਵਟ ਕੋਠੇ ਅੱਗੇ ਜਾ ਖੜਾ। ਕੁੰਡਾ ਖੋਲ ਕੇ ਅੰਦਰ ਹੋਇਆ ਤਾਂ ਅਸੀਂ ਦੇਖਿਆ ਕਬੂਤਰਾਂ ਦੀ ਪੂਰੀ ਦੁਨੀਆ ਵਸੀ ਹੋਈ ਸੀ। ਛੋਟੂ ਨੂੰ ਆਇਆ ਵੇਖ ਕੇ ਉਹ ਗੁਟਕਣ ਲੱਗੇ। ਇੱਕ ਚਿੱਟੀ ਕਬੂਤਰੀ ਆਪਣੇ ਖਾਨੇ 'ਚੋਂ ਨਿਕਲ ਕੇ ਪਹਿਲਾਂ ਤਾਂ ਛੱਤ ਨਾਲ ਲਟਕਦੇ ਡੰਡੇ ਉੱਤੇ ਗਈ, ਫਿਰ ਛੋਟੂ ਦੇ ਸਿਰ ਉੱਤੇ ਆ ਬੈਠੀ। ਉਹਨੇ ਹੌਲੀ ਹੌਲੀ ਇੱਕ ਹੱਥ ਕੰਨ ਤੱਕ ਲਿਜਾ ਕੇ ਕਬੂਤਰੀ ਨੂੰ ਗੜੱਪ ਦੇ ਕੇ ਫੜ ਲਿਆ ਤੇ ਫਿਰ ਦੋਵਾਂ ਹੱਥਾਂ 'ਚ ਲੈ ਕੇ ਉਹਨੂੰ ਚੁੰਮਣ ਲੱਗਿਆ। ਉਹਦੀਆਂ ਵਾਗੀਆਂ ਲਈਆਂ, ਆਖ ਰਿਹਾ ਸੀ, ਇਹ ਤਾਂ ਰਾਣੀ ਹੈ ਮੇਰੀ। ਜਦੋਂ ਵੀ ਮੈਂ ਕੋਠੇ ਅੰਦਰ ਵੜਾਂ ਇਹ ਉੱਡ ਕੇ ਆ ਕੇ ਮੇਰੇ ਸਿਰ ਤੇ ਬੈਠੂ। ਬਾਲਾ ਮੋਹ ਕਰਦੀ ਹੈ ਚੰਦਰੀ, ਸਾਰਦੀ ਨਹੀਂ। ਕੋਠੇ 'ਚ 3 ਕੰਧਾਂ ਨਾਲ ਧਰਤੀ ਤੋਂ ਆਦਮੀ ਦੇ ਸਿਰ ਜਿੰਨੀਆਂ ਉੱਚੀਆਂ ਚਾਹ ਵਾਲੀਆਂ ਪੇਟੀਆਂ ਜੁੜੀਆਂ ਹੋਈਆਂ ਸਨ, ਵਿੱਚ ਕਿੱਲੀਆਂ ਠੋਕ ਕੇ ਛੋਟੂ ਦਾ ਇੱਕ ਭਤੀਜਾ ਆਥਣ ਉੱਗਣ ਉਹਦੀ ਮਦਦ ਕਰਦਾ। ਕੁੰਡਿਆਂ 'ਚ ਨਿੱਤ ਨਵਾਂ ਪਾਣੀ ਭਰ ਦਿੰਦਾ। ਧਰਤੀ ਉੱਤੇ ਦਾਣਿਆਂ ਦੀਆਂ ਲੱਪਾਂ ਸੁੱਟ ਦਿੰਦਾ। ਜਾਨਵਰ ਆਪਣੇ ਘਰਾਂ ਵਿੱਚੋਂ ਥੱਲੇ ਉਤਰ ਕੇ ਦਾਣੇ ਚੁਗਦੇ। ਛੋਟੂ ਕਬੂਤਰਾਂ ਦੀਆਂ ਸ਼ਰਤਾਂ ਉੱਤੇ ਵੀ ਜਾਂਦਾ, ਸਗੋਂ ਸ਼ਰਤ ਵਿੱਚ ਆਪਣਾ ਕਬੂਤਰ ਵੀ ਛੱਡਦਾ। ਜਿਸ ਕਬੂਤਰ ਨੂੰ ਛੱਡਣਾ ਹੁੰਦਾ ਉਹਨੂੰ 2-2 ਮਹੀਨੇ ਪਹਿਲਾਂ ਬਦਾਮ ਖਵਾਉਂਦਾ, ਹੋਰ ਤਾਕਤਵਰ ਚੀਜ਼ਾਂ ਵੀ ਦਿੰਦਾ। ਉਹਨੂੰ ਆਪਣੇ ਸਾਰੇ ਕਬੂਤਰ ਕਬੂਤਰੀਆਂ ਦੀ ਪਛਾਣ ਸੀ। ਹੱਥਾਂ 'ਚ ਲੈ ਕੇ ਦੱਸ ਦਿੰਦਾ, ਇਹ ਕਬੂਤਰ ਹੈ ਕਿ ਕਬੂਤਰੀ, ਕਿਹੜਾ ਜਾਨਵਰ ਕਾਲੇ ਰੰਗ ਦਾ, ਕਿਹੜਾ ਚਿੱਟਾ। ਉਹਨੂੰ ਇਹ ਵੀ ਪਤਾ ਹੁੰਦਾ ਕਿ ਕਿਹੜਾ ਕਬੂਤਰ ਕਿੱਥੋਂ ਲਿਆਂਦਾ ਸੀ। ਕਬੂਤਰੀਆਂ ਅੰਡਿਆਂ ਉੱਤੇ ਬੈਠੀਆਂ ਹੁੰਦੀਆਂ ਤਾਂ ਭਤੀਜੇ ਨੂੰ ਕਹਿ ਕੇ ਉਹਨਾਂ ਦੀ ਖਾਸ ਸੇਵਾ ਕਰਵਾਉਂਦਾ, ਜਿਵੇਂ ਘਰ 'ਚ ਜੱਚਾ ਮਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ। ਮਾਮੇ ਦੀ ਗੱਲ ਸੱਚ ਸੀ। ਕੋਠੇ 'ਚ 100 ਨਹੀਂ ਤਾਂ 80-90 ਕਬੂਤਰ ਕਬੂਤਰੀਆਂ ਜ਼ਰੂਰ ਸਨ। ਚਿੱਟੀ ਕਬੂਤਰੀ ਨੂੰ ਕੁੜਤੇ ਦੀ ਝੋਲੀ 'ਚ ਪਾ ਕੇ ਉਹ ਦੇਹਲੀ ਉੱਤੇ ਬੈਠ ਗਿਆ ਤੇ ਸਾਨੂੰ ਗੱਲਾਂ ਦੱਸਦਾ ਰਿਹਾ। ਉਹਦਾ ਭਤੀਜਾ ਵੀ ਕਿਧਰੋਂ ਕੋਲ ਆ ਖੜਾ। ਉਹਨੂੰ ਕਹਿ ਕੇ ਛੋਟੂ ਨੇ ਸਾਡੀ ਖਾਤਰ ਚਾਹ ਦਾ ਡੁੱਲੂ ਵੀ ਮੰਗਵਾਇਆ। ਬਾਰ ਦੇ ਤਖਤੇ ਬੰਦ ਕਰਨ ਤੋਂ ਪਹਿਲਾਂ ਉਹਨੇ ਝੋਲੀ 'ਚੋਂ ਚਿੱਟੀ ਕਬੂਤਰੀ ਅੰਦਰ ਉਡਾ ਦਿੱਤੀ। ਕਹਿੰਦਾ, ਜਾ ਵੀ ਮੌਜ ਕਰ। ਫਿਰ ਜਦੋਂ ਵੀ ਕਦੇ ਮੈਂ ਨਾਨਕੀ ਜਾਂਦਾ, ਮਾਮੇ ਤੋਂ ਛੋਟੂ ਦਾ ਹਾਲ ਚਾਲ ਪੁੱਛਦਾ, ਮੁੜਨ ਦੀ ਬਹੁਤੀ ਤੱਦੀ ਨਾ ਹੁੰਦੀ ਤਾਂ ਆਪ ਉਹਦੇ ਕੋਲ ਚਲਾ ਜਾਂਦਾ। ਛੋਟੂ ਅੰਦਰਲੇ ਘਰੋਂ ਚਾਹ ਮੰਗਵਾਉਂਦਾ, ਕਬੂਤਰਾਂ ਦੀਆਂ ਗੱਲਾਂ ਕਰਦਾ। ਮੈਥੋਂ ਪੁੱਛਦਾ,
ਕੀ ਲਿਖਦਾ ਤੇਰਾ ਅਖਬਾਰ ਜਾਂ ਪੁੱਛਦਾ ਆ ਰੇਡੀਆ ਕੀ ਬੋਲਦਾ ਹੁਣ। ਉਹਨੂੰ ਬੜਾ ਚੰਬਾ ਹੁੰਦਾ ਸੀ। ਅਖੇ ਹੁਣ ਤਾਂ ਨਵਾਂ ਹੀ ਰੇਡੀਆ ਆ ਗਿਆ ਕੋਈ, ਵਿੱਚ ਬੋਲਣ ਵਾਲੇ ਦੀ ਮੂਰਤ ਵੀ ਦਿਸਦੀ ਹੈ। ਉਹ ਚਿੱਟੀ ਕਬੂਤਰੀ ਦੀ ਗੱਲ ਹਮੇਸ਼ਾ ਛੇੜਦਾ। ਇੱਕ ਵਾਰੀ ਮੈਂ ਉਹਨੂੰ ਪੁੱਛ ਬੈਠਾ, ਤੇਰੀ ਉਸ ਚਿੱਟੀ ਕਬੂਤਰੀ ਦਾ ਕੀ ਹਾਲ ਹੈ? ਕਿਹੜੀ? ਉਹਦੇ ਬੁੱਲ ਫਰਕਣ ਲੱਗੇ, ਚਿਹਰੇ ਉੱਤੇ ਮੁਸਕਾਨ ਦਾ ਜਲਾਅ ਸੀ। ਮੈਂ ਕਿਹਾ ਜਿਹੜੀ ਉਸ ਦਿਨ ਮੁਰਮੁਰੇ ਦੇ ਕੇ ਗਈ ਸੀ। ਮਾਮਾ ਝੂਠ ਨਾ ਬੋਲੀ, ਮੈਨੂੰ ਲੱਗਦਾ ਸੀ ਕੁਝ ਦਾਲ 'ਚ ਕਾਲਾ ਕਾਲਾ। ਉਹਦਾ ਮੋਢਾ ਫੜ ਕੇ ਮੈਂ ਉਹਨੂੰ ਪੱਕਾ ਕਰਨਾ ਚਾਹਿਆ। ਉਹ ਫੁੱਟ ਪਿਆ। ਹਾਂ ਤੂੰ ਠੀਕ ਨਿਰਖ ਕੀਤੀ। ਤੈਥੋਂ ਕੀ ਲੁਕਾਇਆ ਭਾਂਜਿਆ? ਤੂੰ ਕਿਹੜਾ ਪਿੰਡ ਦਾ ਸ਼ਰੀਕ ਹੈ ਬਈ? ਹਵਾ ਗਾਹਾਂ ਖਿੰਡ ਜੂਗੀ। ਮੈਂ ਫੇਰ ਉਹਨੂੰ ਗੁੱਜਾ ਗੁੱਜਾ ਬਹੁਤ ਛੇੜਿਆ। ਉਹ ਸਭ ਮੰਨੀ ਜਾ ਰਿਹਾ ਸੀ। ਉਹਨੇ ਦੱਸਿਆ ਦਾਣੇ ਦੇਣ ਆਉਣ ਦਾ ਤਾਂ ਉਹਦਾ ਬਹਾਨਾ ਸੀ। ਤੁਸੀਂ ਉਸ ਦਿਨ ਕੋਕੜੂ ਬਣ ਗਏ। ਉਹ ਤਾਂ ਧਾਰ ਕੇ ਆਈ ਸੀ। ਸੱਚ ਜਾਣ, ਗੁੱਸਾ ਨਾ ਮੰਨੀ, ਪਿੱਛੋਂ ਮੈਂ ਤੁਹਾਨੂੰ ਬਹੁਤ ਗਾਲਾਂ ਕੱਢੀਆਂ। ਫੇਰ ਤਾਂ ਮਾਮਾ ਮੈਂ ਕੁਝ ਪੁੱਛਣ ਲੱਗਿਆ ਸੀ, ਉਹ ਹਿੱਕ ਕੱਢ ਕੇ ਵਿੱਚ ਦੀ ਬੋਲ ਪਿਆ। ਉਹਦੀ ਆਵਾਜ਼ 'ਚ ਜ਼ਾਇਕਾ ਸੀ, ਇੱਕ ਖੋਟ ਹੈ ਸੀਬੋ 'ਚ। ਨਿੱਤ ਨਹੀਂ ਆਉਂਦੀ, ਕਦੇ ਕਦੇ ਗੇੜਾ ਮਾਰੂ, ਪਰ ਭਾਈ ਜਿੱਦਣ ਆਵੇ ਰੂਹ ਤੱਕ ਉਤਰ ਜਾਂਦੀ ਹੈ ਸਾਲੇ ਮੇਰੇ ਦੀ। ਸਮਝ ਧਰਤੀ ਅਸਮਾਨ ਇੱਕ ਹੋ ਜਾਂਦਾ ਉਦੋਂ। ਭਾਣਜਿਆ ਬਹੁਤਾ ਕੀ ਅਖਵਾਉਣਾ? ਇੱਕ ਗੱਲ ਦੱਸ ਛੋਟੂ ਮਾਮਾ, ਭਰਜਾਈਆਂ ਭਖਦੀਆਂ ਹੋਣਗੀਆਂ ਵੀ ਜਦੋਂ ਅਸੀਂ ਹੈਗੀਆਂ। 2 ਕੁ ਵਾਰੀ ਕੀਤੀ ਸੀ ਤਿੜ ਫਿੜ, ਆਹੀ ਤੇਰੇ ਵਾਲੀ ਗੱਲ ਵੀ ਜਦੋਂ ਅਸੀਂ ਹੈਗੀਆਂ। ਮੈਂ ਨਹੀਂ ਬੋਲਿਆ, ਭੁਕਾਈ ਮਾਰ ਕੇ ਹਟ ਗਈਆਂ। ਭਾਈ ਵਰਜਦੇ ਹੋਣਗੇ, ਪਤਾ ਤਾਂ ਹੋਣਾ ਉਹਨਾਂ ਨੂੰ ਵੀ। ਨਾ ਕੋਈ ਨਹੀਂ ਬੋਲਿਆ ਕਦੇ। ਕਿਵੇਂ ਬੋਲ ਜੂ ਸਾਲਾ ਕੋਈ? 12 ਘੁਮਾਂ ਦਾ ਮਾਲਕਾਂ ਬੋਲਣਗੇ ਫੂਕ ਦੂੰ ਸਾਰੀ। ਮੰਦਰ ਗੁਰਦੁਆਰੇ ਬਥੇਰੇ ਨੇ। ਇਹ ਸੀਬੂ ਗਾਹਾਂ ਵੀ ਕੁਛ ਆਖਦੀ ਹੈ ਕਿ ਧਰਤੀ ਅਸਮਾਨ ਇੱਕ ਕਰਨ ਆਉਂਦੀ ਹੈ? ਨਾ ਨਾ, ਇਹ ਵਿਚਾਰੀ ਕੁਛ ਨਹੀਂ ਭਾਲਦੀ, ਰੱਜੀ ਰੂਹ ਹੈ। ਇੱਕ ਦਿਨ ਵੀ ਨਹੀਂ ਆਖਿਆ ਵੀ ਜਿਵੇਂ ਕਹਿੰਦੀਆਂ ਹੁੰਦੀਆਂ ਨੇ ਸੂਟ ਸਮਾ ਦੇ, ਕੰਨਾਂ ਨੂੰ ਕਰਾ ਦੇ ਜਾਂ ਕੋਈ ਹੋਰ ਚੀਜ਼। ਨਹੀਂ ਆਉਂਦੀ ਕਈ ਦਿਨ ਤਾਂ ਫਿਰ ਬੈਠਾ ਝੂਰੀ ਜਾਂਦਾ ਹੋਏਗਾ। ਨਾ ਮੈਨੂੰ ਉਹਦੀ ਉਡੀਕ ਵੀ ਕੋਈ ਨਹੀਂ ਹੁੰਦੀ। ਹੌਲ ਜਾ ਕਦੇ ਉੱਠਦਾ ਤਾਂ ਚਿੱਟੀ ਕਬੂਤਰੀ ਹੱਥਾਂ 'ਤੇ ਉਤਾਰ ਲੈਣਾ। ਕਬੂਤਰੀ 'ਚੋਂ ਮੈਨੂੰ ਸੀਬੋ ਦਿਸਦੀ ਹੈ। ਹਿੱਕ ਟੋਹ ਕੇ ਦੇਖਾਂ, ਜਮਾਂ ਸੀਬੋ ਸਾਹ ਲੈਂਦੀ ਹੁੰਦੀ ਹੈ। ਤੂੰ ਤਾਂ ਕਵੀਸ਼ਰਾਂ ਵਾਲੀਆਂ ਗੱਲਾਂ ਕਰਨ ਲੱਗ ਪਿਆ ਮਾਮਾ, ਮੈਂ ਕਿਹਾ। ਇੱਕ ਗੱਲ ਹੋਰ ਸੁਣ, ਮਖੌਲ ਨਾ ਮੰਨੀ, ਹੱਸੀ ਵੀ ਨਾ। ਜਦੋਂ ਸੀਬੋ ਇੱਥੇ ਹੁੰਦੀ ਹੈ ਮੇਰੇ ਕੋਲ, ਮੈਨੂੰ ਦਿਸਣ ਲੱਗ ਪੈਂਦਾ, ਸਭ ਚੀਜ਼ਾਂ ਦਿਸਦੀਆਂ ਨੇ। ਜਦੋਂ ਵਗ ਜੇ ਫਿਰ ਉਹੀ ਨੇਰ ਗੁਬਾਰ। ਇਹ ਚਰਜ ਨਹੀਂ ਬਿੱਕਰ ਸਿਆਂ। ਸੀਬੋ ਛੁੱਟੜ ਸੀ। ਚੜ੍ਹਦੀ ਜਵਾਨੀ 'ਚ ਉਹਨੂੰ ਵਿਆਹ ਦਿੱਤਾ ਸੀ। ਮੁੰਡਾ ਫੌਜ 'ਚ ਸੀ, ਪਿੱਛੋਂ ਸੱਸ ਨਾਲ ਕੱਟਦੀ ਨਹੀਂ ਸੀ। ਸੱਸ ਉਹਨੂੰ ਲੀਕਾਂ ਲਾਉਣ ਲੱਗੀ, ਮੁੰਡਾ ਛੁੱਟੀ ਆਉਂਦਾ, ਕਲੇਸ਼ ਹੋਰ ਵੱਧ ਜਾਂਦਾ। ਉਹ ਮਾਂ ਦਾ ਮੰਨਦਾ ਸੀ। ਅਖੀਰ ਸੀਬੋ ਪੇਕਿਆਂ ਦੇ ਆ ਬੈਠੀ। ਨਾ ਫੌਜੀ ਦੇ ਜਾਂਦੀ, ਨਾ ਹੋਰ ਵਿਆਹ ਕਰਾਉਂਦੀ। ਕਈ ਵਾਰੇ ਉਡੀਕ ਬੁੜੀ ਨੇ ਮੁੰਡਾ ਹੋਰ ਥਾਂ ਵਿਆਹ ਲਿਆ। ਸੀਬੋ ਆਖਦੀ ਸੀ ਐਂ ਕੱਟ ਕੇ ਦਿਖਾਊਂ ਮੈਂ। ਕਬੂਤਰਾਂ ਵਾਲੇ ਕੋਠੇ ਵਿੱਚੋਂ ਨਿਕਲ ਕੇ ਮੈਂ ਉਹਦੇ ਕੋਲ ਦਰਵਾਜ਼ੇ 'ਚ ਆਇਆ ਤਾਂ ਚਾਹ ਆ ਚੁੱਕੀ ਸੀ। ਉਹ ਇੱਧਰ ਆਉਂਦਾ ਹੋਇਆ ਇੱਕ ਜਵਾਕ ਨੂੰ ਕਹਿ ਆਇਆ ਸੀ ਕਿ ਚਾਹ ਦਾ ਡੋਲੂ ਬਾਹਰਲੇ ਘਰ ਭੇਜ ਦਿਓ। ਡੋਲੂ ਤੇ 2 ਗਲਾਸ ਰੱਖ ਕੇ ਉਹਦਾ ਕੋਈ ਭਤੀਜਾ ਜਾਂ ਭਤੀਜੀ ਵਾਪਸ ਚਲਿਆ ਗਿਆ ਹੋਊਗਾ। ਗਲਾਸਾਂ 'ਚ ਚਾਹ ਮੈਂ ਹੀ ਪਾਈ। ਅਸੀਂ ਘੁੱਟੀ ਚਾਹ ਪੀਣ ਲੱਗੇ। ਇਸ ਵਾਰ ਮੈਂ ਇੱਥੇ ਕਈ ਵਰ੍ਹਿਆਂ ਪਿੱਛੋਂ ਆਇਆ ਸੀ। ਵਿੱਚ ਦੀ 1-2 ਵਾਰ ਬਿੰਦ ਝੱਟ ਆਇਆ ਹੋਵਾਂਗਾ ਤਾਂ ਛੋਟੂ ਨੂੰ ਮਿਲਿਆ ਨਹੀਂ ਗਿਆ। ਉਜੜਿਆ ਕੋਠਾ ਦੇਖ ਕੇ ਮੈਂ ਉਦਾਸ ਹੋ ਗਿਆ। ਚਿੱਟੀ ਕਬੂਤਰੀ ਦਿਮਾਗ 'ਚ ਘੁੰਮਣ ਲੱਗੀ। ਕਬੂਤਰ ਛੱਡ ਕੇ ਉਹਦੇ ਤੇ ਮੈਂ ਗੱਲ ਚਲਾਈ। ਉਹ ਨਹੀਂ ਬੋਲਿਆ। ਹੌਲੀ ਹੌਲੀ ਘੁੱਟ ਭਰੀ। ਅਗਲੀ ਘੁੱਟ ਭਰਨ ਤੋਂ ਪਹਿਲਾਂ ਆਪ ਹੀ ਦੱਸਣ ਲੱਗਿਆ। ਚਿੱਟੀ ਕਬੂਤਰੀ ਮਰ ਗਈ ਸੀ। ਫਿਰ ਮੈਂ ਸਾਰਾ ਟੱਬਰ ਹੀ ਚਕਾਤਾ ਲੋਕਾਂ ਨੂੰ। 2 ਕਿਸੇ ਨੂੰ, 4 ਕਿਸੇ ਨੂੰ, ਕੋਠਾ ਖਾਲੀ ਕਰਤਾ। ਇਹ ਕੀ ਕੀਤਾ ਤੂੰ? ਸੀਬੋ ਵੀ ਗਈ। ਕਿੱਥੇ ਗਈ? ਛੋਟੂ ਨੇ ਚਾਹ ਦਾ ਗਲਾਸ ਪਰੇ ਰੱਖਤਾ। ਸੱਜੇ ਹੱਥ ਦੀ ਪਹਿਲੀ ਉਂਗਲ ਉਹ ਤਾਂ ਖੜੀ ਕੀਤੀ, ਆਖਿਆ ਉੱਥੇ ਜਿੱਥੇ ਇੱਕ ਦਿਨ ਆਪਾਂ ਸਭ ਨੇ ਜਾਣਾ। ਮੈਨੂੰ ਹੈਰਾਨੀ ਹੋਈ, ਦੁੱਖ ਵੀ। ਪਰ ਇੱਕ ਗੱਲ ਮਾੜੀ ਕੀਤੀ ਉਹਨੇ, ਪਹਿਲਾਂ ਉੱਠ ਗਈ। ਮੈਨੂੰ ਨਾਲ ਲੈ ਕੇ ਜਾਣਾ ਸੀ। ਮੇਰੀ ਵੀ ਬਸ ਤਿਆਰੀ ਹੈ, ਮੈਂ ਉਹਦੇ ਕੋਲ ਹੀ ਪਹੁੰਚਣਾ ਇੱਕ ਦਿਨ। ਮਾਮਾ ਕਿਵੇਂ ਬਣੀ ਕਹਾਣੀ? ਇਹ ਕੀ ਹੋ ਗਿਆ ਸੀ ਸਹੁਰੀ ਨੂੰ? ਮੈਂ ਪੁੱਛਿਆ। ਪਹਿਲਾਂ ਤਾਂ ਕਈ ਸਾਲ ਠੀਕ ਚੱਲੀ ਗਿਆ ਸੀ। ਮਾਂ ਰੱਖਦੀ ਸੀ ਉਹਨੂੰ। ਸੀਬੋ ਦੇ ਵੱਡੇ 2 ਭਾਈ ਨੇ। ਭਰਜਾਈਆਂ ਜਦੋਂ ਸੱਸ ਉੱਤੋਂ ਦੀ ਪੈ ਗਈਆਂ, ਸੀਬੋ ਨੂੰ ਕੋਸਣ ਲੱਗੀਆਂ। ਭਾਈ ਤਾਂ ਰੱਖ ਕੇ ਰਾਜੀ ਸੀ। ਸੀਬੋ ਦੇ ਨਾਂ ਜ਼ਮੀਨ ਸੀ, ਪਰ ਭਰਜਾਈਆਂ ਚੰਡਾਲ ਬਣ ਗਈਆਂ। ਕਹਿੰਦੀਆਂ ਸਾਨੂੰ ਇਹਦੀ ਜ਼ਮੀਨ ਦੀ ਲੋੜ ਨਹੀਂ, ਸਾਡੇ ਧੀਆਂ ਪੁੱਤਾਂ ਤੇ ਇਹਦਾ ਬੁਰਾ ਅਸਰ ਪੈਂਦਾ। ਫਿਰ ਭਾਈ ਵੀ ਅੱਕੇ ਪਏ ਸੀ। ਤੀਵੀਆਂ ਨਿੱਤ ਕਲੇਸ਼ ਕਰਦੀਆਂ। ਅਖੀਰ ਉਹਨਾਂ ਨੇ ਇੱਕ ਦੁਹਾਜੂ ਟੋਲ ਲਿਆ ਜਿਹਦੇ ਪਹਿਲਾਂ 4 ਜਵਾਕ ਸੀ। ਸੀਬੋ ਨੇ ਸੁਣਿਆ ਤਾਂ ਰਾਤ ਨੂੰ ਮੰਜੇ 'ਤੇ ਹੀ ਪਈ ਰਹਿ ਗਈ। ਖਾ ਗਈ ਕੁਝ। ਛੋਟੂ ਨੇ ਮੱਥਾ ਫੜ ਲਿਆ। ਉਹਦੀ ਸਾਰੀ ਦੇਹ ਕੰਬ ਰਹੀ ਸੀ। ਅੱਖਾਂ ਦਾ ਸਾਰਾ ਪਾਣੀ ਜਿਵੇਂ ਉਹਨੇ
ਮੇਰੇ ਹੁੰਦਿਆਂ ਹੀ ਮੁਕਾ ਦੇਣਾ ਹੋਵੇ। ਧੰਨਵਾਦ। ਅਗਲੀ ਕਹਾਣੀ ਹੈ ਜਮਾ ਖਾਤਾ। ਇੱਕ ਦਿਨ ਦਰਸ਼ਕਾਂ ਦੀਆਂ ਕੁਰਸੀਆਂ ਉੱਤੇ ਇੱਕ ਇਕੱਲੀ ਔਰਤ ਬੈਠੀ ਸੀ। ਪਤਾ ਨਹੀਂ ਕਦੋਂ ਆ ਕੇ ਬੈਠ ਗਈ। ਦੁਪਹਿਰ ਦਾ ਵਕਤ ਸੀ, ਗਰਮੀ ਦੀ ਰੁੱਤ। ਜਿਹੜੇ ਹੋਰ ਦਰਸ਼ਕ ਸਵੇਰੇ ਆਏ ਉੱਠ ਕੇ ਚਲੇ ਗਏ। ਅਫਜ਼ਲ ਨੇ ਨਵੀਂ ਸਿਗਰਟ ਸੁਲਗਾਈ, ਦਰਸ਼ਕਾਂ ਵੱਲ ਝਾਕਿਆ, ਨਜ਼ਰ ਦੀ ਨਜ਼ਰ। ਉਹ ਔਰਤ ਮੁਸਕਰਾ ਰਹੀ ਸੀ। ਝੁੱਕ ਕੇ ਸਲਾਮ ਕੀਤਾ, ਸੱਜਾ ਹੱਥ ਮੱਥੇ ਨੂੰ ਲਾ ਕੇ। ਅਫਜ਼ਲ ਨੇ ਉਹਨੂੰ ਦੇਖਿਆ ਤੇ ਦੇਖਦਾ ਹੀ ਰਿਹਾ। ਔਰਤ ਨੇ ਕਾਲਾ ਸੂਟ ਪਹਿਨਿਆ ਹੋਇਆ ਸੀ, ਸਿਰ ਦੇ ਵਾਲ ਬੁਆਏ ਕੱਟ, ਗਲ 'ਚ ਚੁੰਨੀ ਕੋਈ ਨਹੀਂ। ਖੱਬੇ ਹੱਥ ਵਿੱਚ ਕਾਲੇ ਰੰਗ ਦਾ ਹੀ ਛੋਟਾ ਪਰਸ, ਇੱਕ ਕੋਈ ਕਿਤਾਬ ਤੇ ਇੱਕ ਡਾਇਰੀ, ਕਿਤਾਬੀ ਸ਼ਕਲ ਦੀ। ਉਹਦਾ ਚਿਹਰਾ ਲੰਬੂਤਰਾ ਸੀ, ਤਿੱਖਾ ਨੱਕ ਤੇ ਮੋਟੀਆਂ-ਮੋਟੀਆਂ ਅੱਖਾਂ ਬਲਦੀਆਂ ਹੋਈਆਂ। ਉਹ ਮੁਸਕਰਾਈ ਤਾਂ ਉਹਦੇ ਬਹੁਤ ਸਫੈਦ ਦੰਦ ਕਲੀਆਂ ਵਾਂਗ ਦਿਸੇ ਸਨ। ਉਹਦਾ ਰੰਗ ਗੋਰਾ ਸੀ, ਤਾਂਬਈ ਭਾ ਮਾਰਦਾ। ਸਿਗਰਟ ਬੁੱਲਾਂ 'ਚ ਲੈ ਕੇ ਉਹਨੇ ਬੁਰਸ਼ ਚਲਾਉਣਾ ਸ਼ੁਰੂ ਕੀਤਾ। ਉਹਨੂੰ ਲੱਗਿਆ ਜਿਵੇਂ ਕਦੇ ਬੁਰਸ਼ ਗਲਤ ਥਾਂ ਉੱਤੇ ਲੱਗ ਗਿਆ ਹੋਵੇ। ਉਹਦੇ ਜ਼ਿਹਨ 'ਚ ਹੁਣ ਜ਼ਖਮੀ ਨੌਜਵਾਨ ਨਹੀਂ, ਉਸ ਔਰਤ ਦਾ ਚਿਹਰਾ ਘੁੰਮ ਰਿਹਾ ਸੀ ਜਿਹੜੀ ਉਹਦੇ ਕਮਰੇ 'ਚ ਦਰਸ਼ਕ ਬਣੀ ਬੈਠੀ ਹੋਈ ਸੀ। ਪਰ ਹੁਣ ਜਿਵੇਂ ਉਹ ਆਪ ਕਮਰੇ 'ਚ ਨਹੀਂ, ਉਹਦਾ ਇੱਕ ਪੇਤਲਾ ਜਿਹਾ ਅਹਿਸਾਸ ਉੱਥੇ ਆ ਕੇ ਬੈਠ ਗਿਆ ਸੀ। ਉਹਨੇ ਬੁਰਸ਼ ਪਰਾਂ ਰੱਖ ਦਿੱਤਾ, ਰੰਗਾਂ ਵਾਲੀ ਪੱਥਰ ਦੀ ਟੁਕੜੀ ਵੱਲ ਵੇਖਣ ਲੱਗਿਆ। ਬੇਮਤਲਬੀ। ਫਿਰ ਉਹ ਵੀ ਪਰੇ ਰੱਖ ਦਿੱਤੀ। ਸਿਗਰਟ ਦਾ ਇੱਕ ਲੰਬਾ ਕਸ਼ ਲਿਆ, ਧੂੰਆਂ ਉਸ ਔਰਤ ਵੱਲ ਛੱਡ ਦਿੱਤਾ। ਧੂਏ ਦੇ ਗੁਬਾਰ ਵਿੱਚੋਂ ਹੀ ਉਹਦਾ ਚਿਹਰਾ ਮੁਸਕਰਾ ਰਿਹਾ ਸੀ। ਸਾਫ਼ ਦਿਸ ਰਿਹਾ ਸੀ ਅਫਜ਼ਲ ਦਾ ਇੰਜ ਮੁਖਾਤਿਬ ਹੋਣਾ ਔਰਤ ਲਈ ਹੈਰਾਨੀ ਭਰਿਆ ਨਿਮੰਤਰਣ ਸੀ। ਉਹ ਉੱਠੀ ਤੇ ਆਪਣੀ ਡਾਇਰੀ ਖੋਲ੍ਹ ਕੇ ਉਹਦੇ ਵੱਲ ਆਉਣ ਲੱਗੀ। ਅਫਜ਼ਲ ਦਾ ਸਮੁੱਚਾ ਵਜੂਦ ਉਹਨੂੰ ਖੁਸ਼ ਆਮਦੀਦ ਆਖ ਰਿਹਾ ਸੀ। ਪੁੱਛਿਆ, ਕਿਆ ਨਾਮ ਹੈ तुम्हारा? सावित्री। उन्हें बुल हिलाए। बहुत अच्छा नाम है। कहाँ काम करती हो? यहीं पर, इसी शहर में। सरकारी नौकरी है मेरी, सहायक लोक संपर्क अधिकारी हूँ। पेंटिंग देखने का शौक है क्या? शायरी से भी कुछ लगाव है, खास करके आपकी गज़लों पर तो मरती हूँ मैं। मैंने आपको सुना है, एक कोई शेर लिख दीजिए मेरे लिए ताकि सनद रहे। सावित्री ने डायरी ਉਹਦੇ ਗੋਡਿਆਂ ਉੱਤੇ ਰੱਖ ਦਿੱਤੀ। ਉਹਨੇ ਸਵਿਤਰੀ ਤੋਂ ਹੀ ਪੈਨ ਲਿਆ ਤੇ ਲਿਖ ਦਿੱਤਾ, जिनको अपनी भी कोई खबर नहीं होती, नहीं मुमकिन के औरों पे नज़र नहीं होती। थले लिख दिता, सावित्री के नाम अफजल। उन्हें डायरी अपनी अखां अगे लिया के शेर पढ़िया ते खुश हो गई। शुक्रिया अफजल साहब। ਉਹਦੇ ਮੂੰਹੋਂ ਨਿਕਲਿਆ। डायरी बंद की ते जान ली इजाज़त मंगी। अफजल बोलिया, बैठिए, कुछ देर और बैठिए। नहीं, फिर कभी आऊँगी। आना ज़रूर, बैठेंगे। अफजल ਉਹਦੇ ਵੱਲ ਪੂਰੀ ਨਜ਼ਰ ਭਰ ਕੇ ਝਾਕਿਆ। ਉਹ ਮੁੜ ਕੇ ਆਪਣੇ ਕੰਮ ਨਹੀਂ ਲੱਗਿਆ। ਸਵਿਤਰੀ ਆਪਣਾ ਪਰਸ, ਕਿਤਾਬ ਤੇ ਡਾਇਰੀ ਖੱਬੇ ਹੱਥ 'ਚ ਫੜ ਕੇ ਤੇ ਹੱਥ ਵੱਖੀ ਤੱਕ ਉਠਾ ਕੇ ਵਾਪਸ ਤੁਰੀ ਜਾ ਰਹੀ ਸੀ, ਜਿਵੇਂ ਉਸ ਸ਼ੇਰ ਨੂੰ ਬਹੁਤ ਸੰਭਾਲ ਕੇ ਲਿਜਾ ਰਹੀ ਹੋਵੇ। ਅਫਜ਼ਲ ਉਹਦੇ ਮੋਢਿਆਂ ਵੱਲ ਝਾਕਿਆ, ਫਿਰ ਉਹਦੇ ਡਿੱਗਦੇ ਉੱਠਦੇ ਨਿਤੰਬਾਂ ਵੱਲ ਤੇ ਫਿਰ ਉਹਦੀਆਂ ਨੰਗੀਆਂ ਅੱਡੀਆਂ ਉੱਤੇ ਉਹਦੀ ਨਜ਼ਰ ਜਾ ਟਿਕੀ। ਉਹਨੇ ਸੈਂਡਲ ਪਹਿਨੇ ਹੋਏ ਸਨ। ਗਾਜਰ ਦੇ ਰੰਗ ਦੀਆਂ ਅੱਡੀਆਂ ਬਾਹਰ ਦਿਸ ਰਹੀਆਂ ਸਨ। ਅੱਡੀਆਂ ਅਫਜ਼ਲ ਨੂੰ ਬਹੁਤ ਸੋਹਣੀਆਂ ਲੱਗੀਆਂ। ਉਹ ਕਿਵੇਂ ਵੀ ਉਹਦੇ ਚਿਹਰੇ ਨਾਲੋਂ ਘੱਟ ਨਹੀਂ ਸਨ। ਕਿੰਨੀਆਂ ਸੁੰਦਰ ਸਨ ਅੱਡੀਆਂ, ਗੱਲਾਂ ਕਰਦੀਆਂ, ਗਾਜਰ ਪਾਕ ਦੀਆਂ ਤਾਜ਼ਾ ਟੁਕੜੀਆਂ ਜਿਹੀਆਂ। ਉਹਦਾ ਜੀ ਕੀਤਾ ਉਹ ਭੱਜ ਕੇ ਜਾ ਕੇ ਉਹਨਾਂ ਅੱਡੀਆਂ ਨੂੰ ਚੁੰਮ ਲਵੇ। ਉਸ ਤੋਂ ਬਾਅਦ ਉਹ ਕੈਨਵਸ ਸਾਹਮਣੇ ਨਹੀਂ ਬੈਠਾ, ਆਪਣੇ ਡਰਾਇੰਗ ਰੂਮ 'ਚ ਜਾ ਕੇ ਦੀਵਾਨ ਉੱਤੇ ਲੇਟ ਗਿਆ। ਅੱਖਾਂ ਬੰਦ ਕਰ ਲਈਆਂ। ਉਹ ਕੁਝ ਵੀ ਨਹੀਂ ਸੋਚ ਰਿਹਾ ਸੀ, ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਗੋਬਿੰਦਗੜ੍ਹ ਸ਼ਹਿਰ 'ਚ ਅਫਜ਼ਲ ਨੂੰ ਕੌਣ ਨਹੀਂ ਜਾਣਦਾ ਸੀ। ਉਹ ਹਿੰਦੀ ਦਾ ਸ਼ਾਇਰ ਸੀ, ਗਜ਼ਲਾਂ ਲਿਖਦਾ। ਉਹ ਸ਼ਹਿਰ ਦੀਆਂ ਰੰਗੀਨ ਮਹਿਫਲਾਂ ਦਾ ਸ਼ਿੰਗਾਰ ਤਾਂ ਸੀ, ਦੂਜੇ ਸ਼ਹਿਰਾਂ ਦੇ ਕਵੀ ਸੰਮੇਲਨਾਂ ਵਿੱਚ ਵੀ ਸ਼ਿਰਕਤ ਕਰਦਾ। ਉਹਦੇ ਸ਼ੇਅਰਾਂ ਵਿੱਚ ਇੱਕ ਖਾਸ ਚਮਕ ਸੀ। ਅਦਾਇਗੀ 'ਚ ਗਜ਼ਬ ਦਾ ਅੰਦਾਜ਼ ਗਾ ਕੇ ਪੜ੍ਹਦਾ। ਜਿੱਥੇ ਵੀ ਜਾਂਦਾ ਮੁਸ਼ਾਇਰਾ ਲੁੱਟ ਕੇ ਲੈ ਜਾਂਦਾ। ਸ਼ਾਇਰੀ ਉਹਦਾ ਸ਼ੌਕ ਸੀ। ਉਹ ਚਿੱਤਰਕਾਰ ਵੀ ਸੀ। ਸਾਲ 'ਚ ਇੱਕੋ ਚਿੱਤਰ ਬਣਾਉਂਦਾ, ਕਦੇ-ਕਦੇ 2 ਸਾਲਾਂ 'ਚ ਇੱਕ ਚਿੱਤਰ। ਵੱਡੀ ਕੈਨਵਸ ਵਾਲੇ ਤੇਲ ਚਿੱਤਰ ਬਣਾਉਂਦਾ ਸੀ। ਲੱਕੜ ਦਾ ਚੌਕਟਾਪ ਬਣਵਾ ਕੇ ਲਿਆਉਂਦਾ ਤੇ ਉਹਦੇ ਉੱਤੇ ਖੁਦ ਹੀ ਕੈਨਵਸ ਫਿੱਟ ਕਰਦਾ। ਪਾਨ ਖਾਂਦਾ ਰਹਿੰਦਾ। ਪਾਨ ਵੀ ਆਪ ਤਿਆਰ ਕਰਦਾ। ਸਿਗਰਟ ਪੀਂਦਾ। ਸਿਗਰਟ ਦਾ ਉਹਦਾ ਆਪਣਾ ਇੱਕ ਖਾਸ ਬ੍ਰਾਂਡ ਸੀ। ਕੋਠੀ 1 ਏਕੜ ਦੇ ਪਲਾਟ 'ਚ ਫੈਲੀ ਹੋਈ ਸੀ। ਅਨੇਕਾਂ ਕਮਰੇ ਸਨ, ਕਈ ਫਲਸ਼ ਤੇ ਬਾਥਰੂਮ, ਕਿਚਨ ਸਮਝੋ ਪੂਰਾ ਇੱਕ ਕਮਰਾ। 2 ਕਮਰੇ ਉੱਤਲੀ ਮੰਜ਼ਿਲ ਉੱਤੇ ਵੀ ਸਨ। ਐਡੀ ਵੱਡੀ ਕੋਠੀ 'ਚ ਇਕੱਲਾ ਬੰਦਾ ਰਹਿੰਦਾ ਕਿਵੇਂ ਹੋਵੇ, ਕਿਵੇਂ ਲੱਗਦਾ ਹੈ?
ਭੂਤ ਬੰਗਲਾ ਹੀ ਤਾਂ ਕਹਾਂਗੇ ਇਸ ਕੋਠੀ ਨੂੰ। ਕੋਠੀ ਅੰਦਰ ਕਿਧਰੇ ਵੀ ਬੈਠੋ ਹਨੇਰ ਗੁਬਾਰ ਛਾਇਆ ਰਹਿੰਦਾ। ਕੋਠੀ ਤੋਂ ਬਾਹਰ ਨਿਕਲ ਕੇ ਆਓ ਤਾਂ ਸੰਸਾਰ ਗਤੀਸ਼ੀਲ ਹੋ ਉੱਠਦਾ। ਸੜਕਾਂ ਉੱਤੇ ਕਾਰਾਂ ਦੌੜਦੀਆਂ, ਮੋਟਰਸਾਈਕਲ ਸਕੂਟਰ ਤੀਰ ਵਾਂਗ ਨਿਕਲਦੇ ਦਿਸਦੇ। ਕੋਠੀ ਦੇ ਬਗਲ ਅੰਦਰ ਫੁੱਲਾਂ ਦੀਆਂ ਕਿਆਰੀਆਂ ਸਨ, ਖੂੰਜਿਆਂ 'ਚ ਉੱਚੇ ਸਜਾਵਟੀ ਰੁੱਖ ਤੇ ਕਿਧਰੇ ਕਿਧਰੇ ਸਬਜ਼ੀਆਂ ਬੀਜੀਆਂ ਹੋਈਆਂ। ਅਮਰੀਕਨ ਘਾਹ ਦੇ ਪਲਾਟ ਵੀ ਸਨ। ਕੋਠੀ ਦੇ ਚਾਰੇ ਪਾਸੇ ਗੁਲਮੋਹਰ ਤੇ ਸ਼ਰੀਂ ਦੇ ਦਰਖਤ। ਤੇਜ਼ ਹਵਾ ਚੱਲਦੀ ਤੇ ਸ਼ਰੀਂ ਦੇ ਰੁੱਖ ਸੋਗੀ ਦੇ ਉਦਾਸ ਧੁਨੀ ਪੈਦਾ ਕਰਦੇ। ਕੋਠੀ ਤੋਂ ਬਾਹਰ ਜ਼ਿੰਦਗੀ ਸੀ, ਅੰਦਰ ਜ਼ਿੰਦਗੀ ਦਾ ਪਰਛਾਵਾਂ। ਅਫਜ਼ਲ ਦਾ ਕਮਰਾ ਪੂਰਬ ਦਿਸ਼ਾ ਵਿੱਚ ਸੀ। ਚੜ੍ਹਦੇ ਸੂਰਜ ਦੀ ਰੌਸ਼ਨੀ ਆਉਂਦੀ। ਦੁਪਹਿਰ ਤੱਕ ਕਮਰੇ ਨੂੰ ਬਿਜਲੀ ਬੱਤੀ ਦੀ ਲੋੜ ਨਹੀਂ ਸੀ। ਸੂਰਜ ਪੱਛੋਂ ਵੱਲ ਢਲ ਜਾਂਦਾ ਤਾਂ ਉਹੀ ਹਨੇਰ ਗੁਬਾਰ। ਅਫਜ਼ਲ ਦਾ ਕਮਰਾ ਜ਼ਿੰਦਗੀ ਸੀ ਤੇ ਜ਼ਿੰਦਗੀ ਦਾ ਪਰਛਾਵਾਂ। ਇਹ ਕੋਠੀ ਉਹਦੇ ਅੱਬਾ ਉਹਦੇ ਲਈ ਛੱਡ ਗਏ ਸਨ। ਅਫਜ਼ਲ ਅੰਗਰੇਜ਼ੀ ਦੀ ਐਮਏ ਕਰਕੇ ਕਿਸੇ ਕੰਮ ਵਿੱਚ ਤਾਂ ਪਿਆ ਨਹੀਂ ਸੀ। ਸ਼ਾਇਰੀ ਕਰਦਾ ਤੇ ਤੇਲ ਚਿੱਤਰ ਬਣਾਉਂਦਾ। ਸ਼ਾਇਰੀ ਉਹਦਾ ਸ਼ੌਕ ਸੀ ਤੇ ਤੇਲ ਚਿੱਤਰ ਉਹਦਾ ਕਿੱਤਾ। ਇਸ ਕੰਮ 'ਚ ਉਹਨੂੰ ਪੈਸੇ ਮਿਲਦੇ। ਇੱਕ ਚਿੱਤਰ 50-50 ਹਜ਼ਾਰ ਰੁਪਏ ਦਾ ਵਿਕਦਾ। ਲੱਖ ਲੱਖ ਤੇ 1.5 ਲੱਖ ਦਾ ਵਿਕਦਾ। ਬਹੁਤੀ ਵਾਰੀ ਚਿੱਤਰ ਬਣਦਾ ਹੀ ਵਿਕ ਜਾਂਦਾ। ਅਫਜ਼ਲ ਦੇ ਅੱਬਾ ਲੋਕ ਨਿਰਮਾਣ ਵਿਭਾਗ 'ਚ BAdR ਦੇ ਚੀਫ ਇੰਜੀਨੀਅਰ ਸਨ। ਉਹਨਾਂ ਦੀ ਇੱਕ ਲੜਕੀ ਸੀ ਤੇ ਇੱਕ ਅਫਜ਼ਲ। ਲੜਕੀ ਵੱਡੀ ਸੀ, ਸਹਾਰਨਪੁਰ ਵਿਆਹੀ ਹੋਈ। ਬੱਚੇ ਸਨ। ਦਾਮਾਦ ਵਿਦੇਸ਼ੀ ਤਜਾਰਤ ਦਾ ਕੰਮ ਕਰਦਾ। ਕਦੇ ਕਿਸੇ ਮੁਲਕ 'ਚ ਗਿਆ ਹੁੰਦਾ, ਕਦੇ ਕਿਸੇ ਮੁਲਕ ਵਿੱਚ। ਬਹੁਤਾ ਕਰਕੇ ਦਿੱਲੀ ਜਾਂ ਬੰਬਈ ਰਹਿੰਦਾ। ਦੋਵੇਂ ਥਾਵਾਂ ਉੱਤੇ ਉਹਦੇ ਆਪਣੇ ਫਲੈਟ ਸਨ। ਬੱਚਿਆਂ ਕੋਲ ਤਾਂ 2-4 ਮਹੀਨਿਆਂ ਬਾਅਦ ਹੀ ਕਦੇ ਗੇੜਾ ਮਾਰਦਾ, ਉਹ ਵੀ 1 ਜਾਂ 2 ਦਿਨ। ਅੱਬਾ ਰਿਟਾਇਰ ਹੋ ਕੇ ਬੀਵੀ ਸਮੇਤ ਸਹਾਰਨਪੁਰ ਬੇਟੀ ਕੋਲ ਜਾ ਟਿਕੇ ਸਨ। ਬੇਟੀ ਦਾ ਉਹ ਸਹਾਰਾ ਸਨ। ਉਹਨਾਂ ਤੋਂ ਅਫਜ਼ਲ ਦਾ ਦੁੱਖ ਝੱਲਿਆ ਨਹੀਂ ਜਾਂਦਾ ਸੀ। ਉਹ ਕੋਈ ਕੰਮ ਨਹੀਂ ਕਰਦਾ ਸੀ, ਨਾ ਸਹੀ ਸ਼ਾਦੀ ਤਾਂ ਕਰਵਾਉਂਦਾ। ਕੱਪੜਿਆਂ ਉੱਤੇ ਮੂਰਤਾਂ ਬਣਾਈ ਜਾਣਾ ਕਿੱਧਰਲਾ ਕੰਮ ਹੋਇਆ। ਅੱਬਾ ਦੇ ਵਕਤ ਤੋਂ ਹੀ ਕੋਠੀ ਵਿੱਚ 3 ਨੌਕਰ ਸਨ। ਉੱਤਰ ਪ੍ਰਦੇਸ਼ ਦਾ ਮਾਲੀ ਰਾਮਧਨ, ਰਾਜਸਥਾਨੀ ਸਵਾਈ ਸੇਵਕਾ ਚਮੇਲੀ ਤੇ ਨੇਪਾਲੀ ਬਾਵਰਚੀ ਬਹਾਦਰ। ਪਿਛਲੇ 2 ਮਹੀਨਿਆਂ ਤੋਂ ਅਫਜ਼ਲ ਆਪਣਾ ਨਵਾਂ ਚਿੱਤਰ ਬਣਾ ਰਿਹਾ ਸੀ ਤੇ ਉਹ ਸਵੇਰੇ 4 ਵਜੇ ਉੱਠਦਾ, ਚਾਹ ਬਣਾਉਂਦਾ, ਫਲਸ਼ ਜਾਂਦਾ, ਬਰਸ਼ ਕਰਦਾ ਤੇ ਬਿਨਾਂ ਨਹਾਤੇ ਧੋਤੇ ਕੈਨਵਸ ਅੱਗੇ ਆ ਬੈਠਦਾ। ਸੰਗਮਰਮਰ ਦੀ ਤਿਕੋਨੀ ਟੁਕੜੀ ਉੱਤੇ ਟਿਊਬਾਂ ਦੇ ਰੰਗ ਕੱਢਦਾ। ਉਹਦਾ ਬੁਰਸ਼ ਕੈਨਵਸ ਉੱਤੇ ਲਗਾਤਾਰ ਚੱਲਦਾ। ਕਦੇ ਉਹ ਖੜਾ ਹੁੰਦਾ, ਕਦੇ ਸਟੂਲ ਲੈ ਕੇ ਬੈਠ ਜਾਂਦਾ, ਕਦੇ ਦੂਰ ਖੜ ਕੇ ਬਣ ਰਹੇ ਚਿੱਤਰ ਨੂੰ ਦੇਖਣ ਲੱਗਦਾ। ਕੁਝ ਨਵਾਂ ਸੋਚਦਾ ਤੇ ਕਿੰਨਾ ਚਿਰ ਸੋਚਦਾ ਹੀ ਰਹਿੰਦਾ। ਉਹਦੇ ਜ਼ਿਹਨ 'ਚ ਚਿੱਤਰ ਦੀ ਜੋ ਆਕ੍ਰਿਤੀ ਹੁੰਦੀ, ਉਹ ਕੈਨਵਸ ਉੱਤੇ ਉਗੜਦੀ ਨਾ ਦਿਖਦੀ। ਉਹ ਦੁਬਾਰਾ ਉਹਨਾਂ ਹੀ ਥਾਵਾਂ ਉੱਤੇ ਬੁਰਸ਼ ਦੀਆਂ ਛੋਹਾਂ ਲਾਉਣ ਲੱਗਦਾ। ਕਮਰੇ ਦੀ ਸਫਾਈ ਕਰਨ ਆਈ ਚਮੇਲੀ ਆਪਣੀ ਹਾਜ਼ਰੀ ਲਵਾ ਜਾਂਦੀ। ਉਹ ਥਕੇਵਾਂ ਲਾਉਣ ਲਈ ਕਮਰੇ ਤੋਂ ਬਾਹਰ ਨਿਕਲਦਾ। ਸੜਕ ਉੱਤੇ ਦੌੜ ਰਹੀ ਜ਼ਿੰਦਗੀ ਉਹਨੂੰ ਤਰੋ ਤਾਜ਼ਾ ਕਰ ਜਾਂਦੀ ਤੇ ਦੂਰ ਕਿਤੇ ਰਾਮਧਨ ਕਿਆਰੀਆਂ 'ਚ ਝੁਕਿਆ ਦਿਸਦਾ। ਅਫਜ਼ਲ ਕਮਰੇ 'ਚ ਪੂਰਾ ਰੁੱਝਿਆ ਹੁੰਦਾ ਤਾਂ ਬਹਾਦਰ ਬਹੁਤ ਧੀਮਾ ਬੋਲ ਕੇ ਨਾਸ਼ਤੇ ਲਈ ਆਖ ਜਾਂਦਾ। ਇਹ ਇੱਕ ਨੌਜਵਾਨ ਦਾ ਚਿੱਤਰ ਸੀ ਜਿਹਦੇ ਕਾਲੇ ਕੇਸ ਖੁੱਲ੍ਹੇ ਸਨ ਤੇ ਮਿੱਟੀ ਘੱਟੇ ਨਾਲ ਲਿਬੜੇ, ਆਪਸ ਵਿੱਚ ਬੁਰੀ ਤਰ੍ਹਾਂ ਉਲਝੇ ਹੋਏ। ਨੌਜਵਾਨ ਦਾ ਅੱਧ ਚਿਹਰਾ ਦਿਸਦਾ, ਕੰਨ, ਅੱਧੀ ਕੁ ਅੱਖ, ਛੋਟੀਆਂ ਦਾੜੀ ਮੁੱਛਾਂ ਚਿਹਰੇ ਦੇ ਇੱਕ ਪਾਸੇ ਦੀਆਂ, ਅੱਧੇ ਕੁ ਮੱਥੇ ਉੱਤੇ ਗੁੱਸੇ ਦੀਆਂ ਤਿਉੜੀਆਂ। ਇੱਕ ਅੱਖ ਦਾ ਆਕਾਰ ਪੂਰਾ ਨਾ ਦਿਸਦਾ ਹੋਏ ਵੀ ਉਸ ਵਿੱਚ ਸ਼ਿੱਦਤ ਦਾ ਰੋਹ ਸੀ। ਨੌਜਵਾਨ ਦੀ ਨੰਗੀ ਪਿੱਠ ਉੱਤੇ ਜ਼ਖਮਾਂ ਦੇ ਨਿਸ਼ਾਨ ਸਨ, ਜਿਵੇਂ ਤਰਬੂਜ਼ ਦੀਆਂ ਫਾੜੀਆਂ। ਅਫਜ਼ਲ ਚਿੱਤਰਕਾਰ ਦੀ ਸ਼ਹਿਰ 'ਚ ਮਸ਼ਹੂਰੀ ਤਾਂ ਹੀ ਸੀ, ਬਾਹਰ ਉਹ ਉਸ ਤੋਂ ਵੀ ਵੱਧ ਉੱਘਾ ਸੀ। ਉਹਦਾ ਚਿੱਤਰ ਦੇਖਣ ਲੱਗੋ ਤਾਂ ਦੇਖਦੇ ਹੀ ਚਲੇ ਜਾਓ। ਉਹਦਾ ਚਿੱਤਰ ਗੱਲਾਂ ਕਰਨ ਲੱਗਦਾ, ਜਦੋਂ ਕਿ ਦਰਸ਼ਕ ਬੁੱਤ ਬਣਿਆ ਖੜਾ ਹੁੰਦਾ। ਉਹਦਾ ਬਣ ਰਿਹਾ ਚਿੱਤਰ ਦੇਖਣ ਲਈ ਸ਼ਹਿਰ ਦੇ ਲੋਕ ਉਹਦੀ ਕੋਠੀ ਤੁਰੇ ਰਹਿੰਦੇ। ਬਾਹਰੋਂ ਬਹੁਤੇ ਆਉਂਦੇ। ਉਹ ਕਿਸੇ ਨੂੰ ਰੋਕਦਾ ਟੋਕਦਾ ਨਹੀਂ ਸੀ। ਜਿਵੇਂ ਦੁਨੀਆ ਦੀ ਸੁੰਦਰ ਬਨਸਪਤੀ ਸ਼ਰੇਆਮ ਧਰਤੀ 'ਚ ਉੱਗਦੀ ਹੈ। ਕਲਾ ਦਾ ਨਿਰਮਾਣ ਚੋਰੀ ਨਹੀਂ ਹੁੰਦਾ। ਕਮਰੇ 'ਚ ਗੱਦੇਦਾਰ ਕੁਰਸੀਆਂ ਲੱਗੀਆਂ ਰਹਿੰਦੀਆਂ। ਉਹ ਕੈਨਵਸ ਉੱਤੇ ਆਪਣਾ ਕੰਮ ਕਰ ਰਿਹਾ ਹੁੰਦਾ। ਦਰਸ਼ਕ ਚੁੱਪਚਾਪ ਕੁਰਸੀਆਂ ਉੱਤੇ ਆ ਕੇ ਬੈਠਦੇ, ਅੱਖਾਂ ਦੀ ਭੁੱਖ ਮਿਟਾ ਕੇ ਤੁਰ ਜਾਂਦੇ। ਅਫਜ਼ਲ ਕਦੇ ਦਰਸ਼ਕ ਵੱਲ ਨਜ਼ਰ ਮਾਰਦਾ, ਦੁਆ ਸਲਾਮ ਵੀ ਹੋ ਜਾਂਦੀ, ਪਰ ਉਹਦਾ ਖਾਸ ਧਿਆਨ ਕੈਨਵਸ ਉੱਤੇ ਹੀ ਕੇਂਦਰਿਤ ਰਹਿੰਦਾ। ਦਰਸ਼ਕਾਂ ਵੱਲ ਤਾਂ ਉਦੋਂ ਹੀ ਦੇਖਦਾ ਜਦੋਂ ਉਹਨੇ ਨਵੀਂ ਸਿਗਰਟ ਸੁਲਗਾਉਣੀ ਹੁੰਦੀ ਜਾਂ ਪਾਨ ਦਾ ਬੀੜਾ ਮੂੰਹ 'ਚ ਪਾਉਣਾ ਹੁੰਦਾ। ਬਹਾਦਰ ਸ਼ਾਮ ਦੀ ਕੱਪ ਚਾਹ ਲੈ ਕੇ ਆਇਆ। ਉਹਨੇ ਚਾਹ ਦਾ ਕੱਪ ਪੀਤਾ, ਬਾਥਰੂਮ ਗਿਆ ਤੇ ਕਮਰੇ 'ਚ ਆ ਕੇ ਕੈਨਵਸ ਸਾਹਮਣੇ ਬੈਠ ਗਿਆ। ਬੁਰਸ਼ ਚੁੱਕਿਆ
ਇੱਕ ਦੋ ਛੂਹਾਂ ਲਾਈਆਂ। ਸਵਿਤਰੀ ਜਿਵੇਂ ਉਹਦੇ ਸਾਹਮਣੇ ਖੜੀ ਹੋਵੇ, ਮੁਸਕਰਾਉਂਦੀ ਤੇ ਸ਼ੇਅਰ ਲਿਖ ਕੇ ਦੇਣ ਲਈ ਇਕਰਾਰ ਕਰਦੀ। ਉਹ ਬਹੁਤੀ ਦੇਰ ਕੈਨਵਸ ਉੱਤੇ ਕੰਮ ਨਹੀਂ ਕਰ ਸਕਿਆ। ਉੱਠਿਆ ਤੇ ਡਰਾਇੰਗ ਰੂਮ 'ਚ ਜਾ ਕੇ ਫਿਰ ਸੌਂ ਗਿਆ। ਦੂਜੇ ਦਿਨ ਵੀ ਲਗਭਗ ਸਾਰਾ ਦਿਨ ਉਸ ਤੋਂ ਸਵਾਰ ਕੇ ਕੰਮ ਨਹੀਂ ਹੋਇਆ। ਉਹ ਉਹਦੇ ਜ਼ਹਿਨ 'ਚ ਹਲਕਾ ਹਲਕਾ ਖਲਲ ਮਚਾਉਂਦੀ ਰਹੀ। ਤੀਜੇ ਦਿਨ ਉਹ ਸਦੇਹਾਂ ਉੱਠਿਆ, ਚਾਹ ਪੀਤੀ, ਫਲੈਸ਼ ਗਿਆ, ਬਰਸ਼ ਕਰਕੇ ਸਟੂਡੀਓ 'ਚ ਆਇਆ, ਮਨ ਮਾਰ ਕੇ ਕੈਨਵਸ ਉੱਤੇ ਬੁਰਸ਼ ਚਲਾਉਣ ਲੱਗਿਆ। ਉਹਦਾ ਬੁਰਸ਼ ਤੇਜ਼ ਚੱਲ ਰਿਹਾ ਸੀ, ਜਿਵੇਂ ਇੰਜ ਕਰਨ ਨਾਲ ਉਹਦੇ ਦਿਮਾਗ 'ਚੋਂ ਸਵਿਤਰੀ ਦਾ ਖਿਆਲ ਖਾਰਜ ਹੋ ਰਿਹਾ ਹੋਵੇ। ਕਾਫੀ ਸਮਾਂ ਬੀਤ ਗਿਆ, ਪਤਾ ਹੀ ਨਹੀਂ ਲੱਗਿਆ ਉਹ ਕਦੋਂ ਦਰਸ਼ਕਾਂ ਵਾਲੀਆਂ ਕੁਰਸੀਆਂ 'ਚ ਆ ਕੇ ਬੈਠ ਗਈ ਸੀ। ਉਹ ਚੁੱਪ ਸੀ, ਸ਼ਾਇਦ ਚਿੱਤਰਕਾਰ ਦਾ ਧਿਆਨ ਭੰਗ ਕਰਨਾ ਨਹੀਂ ਚਾਹੁੰਦੀ ਸੀ। ਅਫਜ਼ਲ ਨੂੰ ਸਿਗਰਟ ਦੀ ਤਲਬ ਲੱਗੀ। ਨਾਸ਼ਤਾ ਉਹ ਕਦੋਂ ਦਾ ਕਰ ਚੁੱਕਿਆ ਸੀ। ਉਹਨੇ ਬੁੱਲਾਂ 'ਚ ਸਿਗਰਟ ਨੱਪੀ, ਲਾਈਟਰ ਜਗਾਇਆ। ਕਸ਼ ਲੈ ਕੇ ਧੂੰਆਂ ਛੱਡਣ ਵੇਲੇ ਉਹ ਦਰਸ਼ਕਾਂ ਦੀਆਂ ਕੁਰਸੀਆਂ ਵੱਲ ਝਾਕਿਆ। ਉਹ ਮੁਸਕਰਾ ਉੱਠੀ। ਉਹ ਕੋਈ ਤਿੱਖੀ ਚੀਜ਼ ਚੁਭਣ ਵਾਂਗ ਖੜਾ ਹੋ ਗਿਆ। कैनवस तो परा हट के बोले, आइए आइए, तुम कब से यहाँ बैठी हो? जब से आपने नहीं देखा। वो आप चल के दर्शकों वालियां कुर्सियां कोल आ खड़ा ते फिर एक कुर्सी ते बैठ गया। चित्तर वल झाकिया, पूछया, बन रही है बात कोई? बात बन तो रही है, बन जाएगी एक दिन। वो फिर मुस्कुराई। आइए ड्राइंग रूम में बैठते हो, बोलिया। स्वित्री ਉਹਦੇ मगर मगर तुरन लगी, ਉਹਦੀ छां वांग। ड्राइंग रूम च जाके अफजल ने पूछा, चाय पियोगी क्या? वो चुप खड़ी सी। खुद ही बनानी पड़ेगी। किचन में जाकर बहादुर शायद बाजार गया है, दिख नहीं रहा। स्वित्री ਨੂੰ ਚਾਹ ਤਿਆਰ ਕਰਨ 'ਚ ਕੁਝ ਦੇਰ ਲੱਗੀ। ਚੀਨੀ, ਚਾਹ ਪੱਤੀ ਤੇ ਦੁੱਧ ਲੱਭਦੀ ਰਹੀ ਹੋਏਗੀ। ਗੈਸ ਤਾਂ ਸਾਹਮਣੇ ਸੀ ਤੇ ਬਰਤਨ ਵੀ। 2 ਫੁੱਲਦਾਰ ਕੱਪ ਇੱਕ ਤਸ਼ਤਰੀ 'ਚ ਰੱਖ ਕੇ ਉਹ ਕਮਰੇ 'ਚ ਆਈ। ਤਸ਼ਤਰੀ ਤਿਪਾਈ ਉੱਤੇ ਰੱਖ ਦਿੱਤੀ। ਅਫਜ਼ਲ ਸੋਫੇ ਉੱਤੇ ਗੁੰਮਸੁੰਮ ਬੈਠਾ ਸੀ। ਉਹਦੇ ਕੋਲ ਆ ਕੇ ਬੈਠ ਗਈ। ਅਫਜ਼ਲ ਨੇ ਚਾਹ ਦੀ ਚੁਸਕੀ ਭਰੀ ਤੇ ਖਿੜ ਉੱਠਿਆ। ਵਾਹ, ਕਿਆ ਚਾय ਬਣਾਈ ਹੈ, ਲੁਤਫ ਆ ਗਿਆ। ਨਾਲ ਦੀ ਨਾਲ ਸਵਿਤਰੀ ਦਾ ਹੱਥ ਫੜਿਆ ਤੇ ਹਲਕਾ ਜਿਹਾ ਚੁੰਮ ਲਿਆ। ਸਵਿਤਰੀ ਦਾ ਹੱਥ ਲੁਗਲੁਗਾ ਸੀ। ਉਹਦੀਆਂ ਅੱਖਾਂ 'ਚ ਸ਼ਰਮ ਉਤਰਨ ਲੱਗੀ, ਪਰ ਉਹ ਹੱਸ ਪਈ। ਅੱਖਾਂ ਗਿੱਲੀਆਂ ਹੋ ਗਈਆਂ। ਅਫਜ਼ਲ ਨੂੰ ਉਹਦੇ ਚਿਹਰੇ ਦਾ ਇਹ ਰੂਪ ਬਹੁਤ ਪਸੰਦ ਆਇਆ ਤੇ ਫਿਰ ਉਹਨੇ ਇੱਕ ਸ਼ੇਅਰ ਪੜ੍ਹ ਦਿੱਤਾ। ਸਵਿਤਰੀ ਵਾਹ-ਵਾਹ ਕਹਿਣ ਲੱਗੀ ਤੇ ਫਿਰ ਅਫਜ਼ਲ ਆਪਣੇ ਬਣ ਰਹੇ ਚਿੱਤਰ ਦੀ ਗੱਲ ਕਰਦਾ ਰਿਹਾ। ਉਹ ਸੁਣਦੀ ਜਾ ਰਹੀ ਸੀ। ਫਿਰ ਉਹ ਆਪਣੀ ਸ਼ਾਇਰੀ ਦੀਆਂ ਗੱਲਾਂ ਕਰਨ ਲੱਗ ਪਿਆ। ਉਹ ਸੁਣੀ ਗਈ। ਹਰ ਗੱਲ ਉਹ ਗੌਰ ਨਾਲ ਸੁਣਦੀ ਤੇ 1-2 ਰਸਮੀ ਸ਼ਬਦਾਂ ਵਿੱਚ ਤਾਰੀਫ ਕਰਦੀ। फिर कहने लगी, चलती हूँ, मैंने तो खामखा आपका समय बर्बाद किया। नहीं नहीं, बैठो, तुम्हारे आने से इस समय तो और कीमती सा हो गया। ऐसी कोई बात नहीं, यह तो चलता ही रहता है। उठी ते अपना सामान संभाल के सलाम किया। अफजल उन्होंने कोठी के बाहरले गेट तक छड्डन गया ते फिर वो दूजे चौथे दिन ही आउंदी। अफजल अपने चित्र उत्ते काम कर रहा हुंदा। वो सलाम करदी, खुद ही किचन 'ਚ चली जाती, चाह के 2 ਕੱਪ बना लिआउंदी। ਉਹ ਕੰਮ ਕਰਦਾ, ਚਾਹ ਵੀ ਪੀਂਦਾ, ਗੱਲਾਂ ਚੱਲਦੀਆਂ ਰਹਿੰਦੀਆਂ। ਸਵਿਤਰੀ ਦੀਆਂ ਗੱਲਾਂ 'ਚ ਕਦੇ ਕੰਮ ਛੱਡ ਕੇ ਬੈਠ ਜਾਂਦਾ, ਹਮੇਸ਼ਾ ਜ਼ਬਤ ਵਿੱਚ ਰਹਿੰਦਾ। ਉਹਨੂੰ ਮਹਿਸੂਸ ਹੁੰਦਾ ਉਹਦਾ ਸਮਾਂ ਨਸ਼ਟ ਕਰਨਾ ਆ ਜਾਂਦੀ ਹੈ, ਪਰ ਉਹਨੂੰ ਆਪਣੇ ਖਲੂਸ ਦਾ ਚੇਤਾ ਵੀ ਸੀ। ਘਰ ਆਏ ਮਹਿਮਾਨ ਨੂੰ ਸਮਾਂ ਦੇਣਾ ਜ਼ਰੂਰੀ ਹੈ। ਉਹਨੂੰ ਇਹ ਵੀ ਲੱਗਦਾ ਕਿ ਉਹ ਦਿਨੋਂ ਦਿਨ ਉਹਦੇ ਬਹੁਤ ਨਜ਼ਦੀਕ ਆਉਂਦੀ ਜਾ ਰਹੀ ਹੈ। ਉਹ ਚਾਹੁੰਦਾ ਕਿ ਉਹਦਾ ਦਿਲ ਨਾ ਤੋੜਿਆ ਜਾਏ ਤੇ ਇੱਕ ਫਾਸਲੇ ਉੱਤੇ ਰਿਹਾ ਜਾਏ, ਤੇ ਜੇ ਉਹਦੇ ਨਾਲ ਜ਼ਰਾ ਵੀ ਖੁੱਲ੍ਹ ਗਿਆ ਤਾਂ ਉਹਦਾ ਚਿੱਤਰ ਅੱਧ ਵਿਚਕਾਰ ਹੀ ਰਹਿ ਜਾਏਗਾ। ਇਹ ਮੁਕੰਮਲ ਕਰਕੇ ਦੇਣਾ ਵੀ ਤਾਂ ਹੈ। ਇੱਕ ਦਿਨ ਉਹ ਆਈ ਤੇ फटाफट बोलना शुरू कर देता है। एक लड़का है, नौजवान लड़का, उसके साथ उसी कमरे में एक लड़की रहती है। लड़की भी नौजवान है। वो रात को एक बेड पर सोते हैं, सभी बातें कर लेते हैं, लेकिन वे एक दूसरे से शर्माते रहते हैं, टच भी नहीं करते। लड़का सोचता है लड़की क्या कहेगी, लड़की सोचती है लड़का क्या कहेगा। अच्छा ये बात है, तो फिर अफजल का ध्यान चित्र वाल सी। मैं आपको ये कहानी सुना चली, अब आप सोचिएगा ज़रा इसके बारे में। वो सब समझदा सी वो की चाहुंदी है, पर ਉਹਨੂੰ ਉਹੀ ਇੱਕੋ ਡਰ ਕੇ ਉਹਦਾ ਚਿੱਤਰ ਅੱਧ ਵਿਚਕਾਰ ਰਹਿ ਜਾਏਗਾ। ਪਹਿਲਾਂ ਉਹ ਚਿੱਤਰ ਮੁਕੰਮਲ ਕਰ ਲਏ। ਫਿਰ ਉਹ ਕਈ ਦਿਨ ਨਾ ਆਈ। ਹਫ਼ਤਾ ਬੀਤ ਗਿਆ, ਫਿਰ ਦੂਜਾ ਹਫ਼ਤਾ ਵੀ। ਦੂਜੇ ਦਰਸ਼ਕ ਆਉਂਦੇ ਸਨ, ਆ ਕੇ ਕੁਰਸੀਆਂ ਤੇ ਬੈਠ ਜਾਂਦੇ, ਚੁੱਪਚਾਪ ਦੇਖਦੇ ਰਹਿੰਦੇ, ਉੱਠ ਕੇ ਤੁਰ ਜਾਂਦੇ। ਉਹਨਾਂ ਵਿੱਚ ਔਰਤਾਂ ਵੀ ਹੁੰਦੀਆਂ, ਨੌਜਵਾਨ ਕੁੜੀਆਂ। ਪਾਨ ਦਾ ਬੀੜਾ ਮੂੰਹ 'ਚ ਪਾਉਣ ਵੇਲੇ ਜਾਂ ਨਵੀਂ ਸਿਗਰਟ ਸੁਲਗਾਉਂਦਿਆਂ ਉਹ ਦਰਸ਼ਕਾਂ ਵੱਲ ਗੌਰ ਨਾਲ ਝਾਕਦਾ। ਉਹਨਾਂ 'ਚ ਸਵਿਤਰੀ ਨਹੀਂ ਹੁੰਦੀ ਸੀ। ਉਹਨੂੰ ਉਡੀਕਦਾ ਰਹਿੰਦਾ। ਕਦੇ ਉਹਨੂੰ ਚੰਗਾ ਲੱਗਦਾ ਕਿ ਉਹ ਨਹੀਂ ਆਈ। ਉਹ ਆਪਣਾ ਕੰਮ ਤੇਜ਼ੀ ਨਾਲ ਨਿਬੇੜਦਾ ਜਾ ਰਿਹਾ ਸੀ, ਪਰ ਉਹ ਬਹੁਤਾ ਉਹਨੂੰ ਉਡੀਕਦਾ ਹੀ।
ਉਹਦਾ ਦਰਸ਼ਕਾਂ ਵੱਲ ਝਾਕਣਾ ਫਜ਼ੂਲ ਸੀ। ਫਿਰ ਤਾਂ ਉਹ ਦਰਸ਼ਕਾਂ ਵਿੱਚ ਆ ਕੇ ਬੈਠਦੀ ਨਹੀਂ ਸੀ, ਸਿੱਧਾ ਉਹਦੇ ਕੋਲ ਆਉਂਦੀ, ਸਲਾਮ ਕਰਦੀ ਤੇ ਕਿਚਨ 'ਚ ਚਲੀ ਜਾਂਦੀ। ਚਾਹ ਦੇ 2 ਕੱਪ ਬਣਾ ਕੇ ਡਰਾਇੰਗ ਰੂਮ 'ਚ ਰੱਖਦੀ ਤੇ ਅਫਜ਼ਲ ਨੂੰ ਉਡੀਕਣ ਲੱਗਦੀ। ਬਹਾਦਰ ਘਰ ਹੁੰਦਾ ਤਾਂ ਵੀ ਸਵਿਤਰੀ ਚਾਹ ਬਣਾਉਂਦੀ। ਜਿਵੇਂ ਚਿੱਤਰਕਾਰੀ ਉਹਦਾ ਕੰਮ ਸੀ ਤੇ ਸ਼ਾਇਰੀ ਉਹਦਾ ਸ਼ੌਕ, ਇਵੇਂ ਹੀ ਉਹਦੇ ਹੋਰ ਸ਼ੌਕ ਵੀ ਸਨ। ਮਸਲਨ ਸ਼ਾਮ ਨੂੰ ਚਿੱਤਰ ਦੇ ਕੰਮ ਤੋਂ ਵਿਹਲਾ ਹੋ ਕੇ ਥਕਾਵਟ ਲਾਉਣ ਲਈ ਸ਼ਰਾਬ ਦੇ 2 ਪੈਗ ਪੀਣਾ, ਕਦੇ ਕਦੇ ਚਿੱਤਰ ਨੂੰ ਵਿੱਚੇ ਛੱਡ ਕੇ ਪਹਾੜ ਉੱਤੇ ਚਲੇ ਜਾਣਾ, ਆਪਣੀ ਮਨਪਸੰਦ ਔਰਤ ਨੂੰ ਭੋਗਣਾ। ਸਿਗਰਟ, ਪਾਨ, ਚਾਹ ਤੇ ਸ਼ਰਾਬ ਵਾਂਗ ਹੀ ਔਰਤ ਉਹਦੀ ਤਲਬ ਸੀ, ਸਗੋਂ ਇਹ ਤਲਬ ਦੂਜੀਆਂ ਨਾਲੋਂ ਤਿੱਖੀ ਤੇ ਵੇਗਮਈ ਸੀ। ਜਦੋਂ ਉਹਦੀ ਜ਼ਿੰਦਗੀ 'ਚ ਕੋਈ ਨਵੀਂ ਔਰਤ ਆਉਂਦੀ, ਉਹ ਬਾਕੀ ਸਭ ਕੁਝ ਭੁੱਲ ਜਾਂਦਾ। ਬਸ ਉਹ ਔਰਤ ਹੀ ਉਹਦਾ ਸੰਸਾਰ ਹੁੰਦੀ। ਤੇ ਫਿਰ ਕੁਝ ਮਹੀਨਿਆਂ ਬਾਅਦ ਜਾਂ ਸਾਲ ਬਾਅਦ ਇਹ ਸੰਸਾਰ ਉਹਦੀਆਂ ਅੱਖਾਂ ਤੋਂ ਓਝਲ ਹੋ ਜਾਂਦਾ। ਉਹਦੇ ਵਿਯੋਗ 'ਚ ਤੜਫਦਾ, ਸ਼ਾਇਰੀ ਕਰਦਾ, ਦਿਨ 'ਚ ਕਿਸੇ ਵੇਲੇ ਵੀ ਸ਼ਰਾਬ ਲੈ ਕੇ ਬੈਠ ਜਾਂਦਾ। ਪੌਦਿਆਂ ਦੇ ਨਵੇਂ ਪੱਤੇ ਕੱਢਣ ਵਾਂਗ ਫਿਰ ਉਹਦੀ ਚੇਤਨਾ ਜਾਗਦੀ। ਉਹ ਆਪਣੇ ਹਥਿਆਰ ਚੁੱਕ ਲੈਂਦਾ ਤੇ ਨਵਾਂ ਚਿੱਤਰ ਬਣਾਉਣ ਲੱਗਦਾ। ਉਹਦੀ ਜ਼ਿੰਦਗੀ 'ਚ ਇੰਨੀਆਂ ਔਰਤਾਂ ਆ ਚੁੱਕੀਆਂ ਸਨ ਕਿ ਸ਼ਾਦੀ ਨਾਮ ਦਾ ਸੰਕਲਪ ਕਿਧਰੇ ਗਾਇਬ ਹੋ ਗਿਆ ਸੀ। ਉਹਨੂੰ ਸਮਝ ਨਹੀਂ ਸੀ ਕਿ ਸ਼ਾਦੀ ਵਾਲੀ ਉਹਦੀ ਔਰਤ ਕਿਹੋ ਜਿਹੀ ਹੋਏਗੀ। ਤੇ ਫਿਰ 1 ਮਹੀਨੇ ਬਾਅਦ ਸਵਿਤਰੀ ਆਈ। ਗਰਮੀ ਦਾ ਮੌਸਮ ਆਖਰੀ ਸਾਹਾਂ 'ਤੇ ਸੀ। ਸਵੇਰੇ ਸ਼ਾਮ ਮੱਠੀ ਮੱਠੀ ਠੰਡ ਹੁੰਦੀ, ਰਾਤ ਨੂੰ ਚੱਦਰ ਲੈ ਕੇ ਸੌਣਾ ਪੈਂਦਾ। ਉਹ ਸ਼ਾਮ ਦੇ ਵਕਤ ਆਈ ਸੀ। ਉਸ ਸਮੇਂ ਹੋਰ ਦਰਸ਼ਕ ਕੋਈ ਨਹੀਂ ਸੀ। ਸਲਾਮ ਕੀਤਾ, ਕੁਰਸੀ ਖਿਸਕਾ ਕੇ ਅਫਜ਼ਲ ਦੇ ਕੋਲ ਬੈਠ ਗਈ। अपने काम च मगन से बिना झाके बोलिया, इतने दिनों तक कहाँ रही हो? आप तो बात भी नहीं करते ढंग से, आके क्या करती मैं? वो खिजी हुई सी। ढंग से कैसी होती है बातें, बताइए ज़रा। अफजल दी नज़र कैनवस उत्ते सी। उन्हें पेंट दी जेब चो रुमाल कढ़ के अपना नक घुटिया। जैसे अब आप ढंग से बात नहीं कर रहे, आपके पास क्या इतनी फुर्सत भी नहीं है कि? उदा बोल रोन हक्का सी। चाय नहीं पिलाओगी क्या आज? अफजल ने गल टाल दी। उठी किचन च गई ते चाह दे 2 प्याले बना के ड्राइंग रूम च जा बैठी। अफजल का इंतज़ार करन लगी। हाँ अब बताओ क्या कह रही हो तुम? वो छेती छेती चाह पीन लग्या, फूका मार मार। देखिए मैं उस खानदान से तल्लक रखती हूँ जहाँ शराब, मीट, पान, सिगरेट कुछ भी नहीं चलता। लेकिन मैं ना तो आपकी सिगरेट को बुरा मानती हूँ और ना पान खाने को। मुझे पता है आप शराब पीते हैं, इधर उधर पड़ी खाली बोतलें बता रही हैं। मुझे आपकी शराब भी मंजूर है। सेक्स के मामले में मैं फ्री माइंड हूँ। मैंने आचार्य रजनीश की किताब संभोग से समाधि तक को पढ़ा है। इन्ना कुछ कह के चुप हो गई तो दूजे पासे मुंह करके कंध वाल झक्कन लगी। ठीक हूँ, ठीक है, मानता हूँ। अफजल दा हुंगारा साधारण सी। क्या मानते हो? सवित्री तिल मिलाई। यह है कि तुम कुछ भी बुरा नहीं मानती। फिर ओके चलता हूँ। उठिया तो स्टूडियो च कैनवस अगे जा बैठा। इस तरह काम करन लग्या जिवें पहलां तो ही लगातार करदा आ रहा होवे, उठ के किधरे गया ही ना होवे। वो पता नहीं कदों चली गई सी, सलाम करके भी नहीं गई। अफजल सोचदा सवित्री तो उहदे बोझे च है, जमा खाते की राशि वांग जदों मर्जी कैश करा लेगा। वो किधरे नहीं जान लगी, इत्थे ही है, इसे शहर च। उन्हें उहदी कोठी आउंदा ही रहना, पर उहनूं सवित्री की हल्की हल्की याद सताउंदी रहिंदी। 2 महीने होर ला के उन्हें अपना चित्र मुकम्मल कर लिया। इस चित्र का एक लेख रुपया 1 लाख रुपया पेशगी सौदा हो चुकिया सी। बाहरले देश का कोई धनाड़ पंजाबी सी 20,000 रुपया बयाना फड़ा गया सी। सवित्री इन्हां 2 महीनों दौरान 1 बार भी नहीं आई। चंगा कीता उन्हें अपना काम खत्म कर लिया। उन्हें बाहरले देश नूं फोन किया, उन्हां दा बंदा आया तो 80,000 दे के चित्र लै गया। अफजल हुण सवेर तो लैके डूंगी शाम तक सवित्री नूं उड़ीकदा रहिंदा। उहनूं पक्का यकीन सी कि वो आएगी एक दिन। उन्हें सवित्री दी एक एक गल याद आउंदी। हुण उहदी उड़ीक ही उहदा खास काम हो गया, जिवें पहला चित्र मुकम्मल करना उहदा खास काम सी। 1 महीना होर वो नहीं आई। वो गोबिंदगढ़ शहर दीआं कचहरियां च गया, लोक संपर्क विभाग का दफ्तर लभ्या। पता लग्या सवित्री 2 महीने पहला उत्थों बदली करवा के किसी होर शहर चली गई है। फिर उस शहर भी गया सी, उत्थे भी नहीं सी। बाऊ ने दस्सिया कि लम्मी छुट्टी उत्ते है, पता नहीं कित्थे है। अफजल नूं उहदियां कुछ रिश्तेदारियां दा भी पता सी, पर सवित्री किधरे भी नहीं लभी। ना किसी नूं उहदा थौ पता दस्सिया।
ਅਫਸਲ ਨੂੰ ਸਵਿਤਰੀ ਦੀ ਫੇਰ ਵੀ ਉਡੀਕ ਸੀ। ਧੰਨਵਾਦ।